ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਣਤ ਸਮਤ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖਹੁ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦ ਰੋਸਨੈ ਜਾਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਉਦਮ ਕਰਤ ਅਨੰਤ ਬਿਆ ਸਿਮਰਤ ਸੁਖ ਸਾਰ ਜਪ 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 ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲਪੁਰ ਕੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਓ ਜੀ ਜਮਤ ਸਭ ਸੁਖ ਬਸੇ ਸਭ ਕੈ ਮਨ ਲੋਜ ਪਰਿ ਉਪਕਾਰ ਨਿਤ ਚਿਤਵ ਤੇ ਨਾਹੀ ਬਚੋ ਬੋਝ ਧਨ ਸੋ ਥਾਨ ਬਸੰਤ ਧਨ ਜੈ ਜਪਿਐ ਨਾਮ ਕਥਾ ਕੀਰਤਨ ਹਰਿ ਅਤ ਗਨਾ ਸਹਿਜ ਵਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਪੁਰਾਥ ਨਾਨਕ ਪ੍ਰਭ ਸਰਨਾਗਤੀ ਤਿਆਗੈ ਸਭ ਕਿਛ ਹਾਥ ਨਾਨਕ ਪ੍ਰਭ ਸਰਨਾਗਤੀ ਤਿਆਗੈ ਸਭ ਕਿਛ ਹਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਮਹਾਨ ਦਇਆ ਸਦਕਾ ਸਤਿਗੁਰਾਂ ਦੀ ਪਵਿੱਤਰ ਸਤ ਸੰਗਤ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦਾ ਪਵਿੱਤਰ ਦਰਸ਼ਨ ਦੀਦਾਰਾ ਅੰਮ੍ਰਿਤ ਵੇਲੇ ਤੋਂ ਕਰ ਰਹੇ ਹਾਂ। ਸਤਿਗੁਰਾਂ ਨੇ ਕਿਰਪਾ ਕਰਕੇ ਸੁੰਦਰ ਹੁਕਮਨਾਮਾ ਸਾਹਿਬ ਦੀ ਦਾਤ ਸਿੱਖਾਂ ਨੂੰ ਬਖਸ਼ਿਸ਼ ਕਰਨਾ ਕੀਤੀ। ਉਪਰੰਤ ਜੋ ਨਿਤਨੇਮ ਦੀਆਂ ਗੁਰਬਾਣੀਆਂ ਦਾ ਜਾਪ ਹੋਇਆ ਹੈ, ਹੁਣ ਸਮਾਂ ਹੋਇਆ ਹੈ ਜੋ ਲੜੀਵਾਰ ਕਥਾ ਵਿਚਾਰ ਸਤਿਗੁਰਾਂ ਦੀ ਦਇਆ ਸਦਕਾ ਪਿਛਲੇ ਦਿਨਾਂ ਤੋਂ ਪ੍ਰਾਰੰਭ ਹੋਈ ਸੀ। ਜੋ ਪਵਿੱਤਰ ਗੁਰਬਾਣੀ ਸ੍ਰੀ ਆਨੰਦ ਸਾਹਿਬ ਜੋ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਤਿਗੁਰਾਂ ਪਾਸੋਂ ਉਚਾਰਨ ਕੀਤੀ ਹੋਈ ਪਵਿੱਤਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਉਸ ਨੂੰ ਅਗਾਂਹ ਤੋਰਨ ਤੋਂ ਪਹਿਲਾਂ ਜੋ ਅੱਜ ਸਤਿਗੁਰਾਂ ਨੇ
ਪਵਿੱਤਰ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਆਪਾਂ ਵਿਚਾਰ ਸਰਵਣ ਕਰੀਏ ਜੀ। ਸਾਰੀ ਹੀ ਸੰਗਤ ਬੜੀ ਨਿਮਰਤਾ ਸਹਿਤ ਸਤਿਗੁਰਾਂ ਅੱਗੇ ਦੋਏ ਕਰ ਜੋੜ ਸੀਸ ਨਿਵਾ ਕਰਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਗੁਰਸਿੱਖਾਂ ਪਾਸੋਂ ਇਹ ਬੇਨਤੀ ਸਰਵਣ ਕੀਤੀ ਜਿਸ ਸਮੇਂ ਸਤਿਗੁਰਾਂ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ। ਬੇਨਤੀ ਕਿਹੜੀ ਕਿ ਸਤਿਗੁਰੂ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰੋ ਕਿ ਸਾਨੂੰ ਇਹ ਜਿਹੜਾ ਸਦੀਵੀ ਆਨੰਦ ਹੈ ਪਰਮੇਸ਼ਰ ਦਾ, ਉਸ ਦੇ ਨਾਲ ਇੱਕ ਮਿਕਤਾ ਹਾਸਲ ਕਰਨ ਦਾ ਜਿਹੜਾ ਆਨੰਦ ਹੈ ਉਹ ਕਿਵੇਂ ਪ੍ਰਾਪਤ ਹੋਵੇ ਅਤੇ ਸੁੱਖ ਸਾਰ, ਸੁੱਖਾਂ ਦਾ ਸਾਰ ਖਜ਼ਾਨਾ ਜੋ ਪਰਮੇਸ਼ਰ ਹੈ ਉਹ ਕਿਵੇਂ ਸਾਨੂੰ ਪ੍ਰਾਪਤ ਹੋ ਸਕੇ। ਸਾਰ ਜੋ ਪਰਮੇਸ਼ਰ ਹੈ ਉਹ ਸੁੱਖਾਂ ਦਾ ਖਜ਼ਾਨਾ ਸਾਨੂੰ ਕਿਵੇਂ ਪ੍ਰਾਪਤ ਹੋਵੇ, ਸਾਨੂੰ ਉਹਦਾ ਸੁੱਖ ਕਿਵੇਂ ਪ੍ਰਾਪਤ ਹੋਵੇ ਅਤੇ ਉਸ ਪਰਮੇਸ਼ਰ ਦੀ ਪੂਰਨ ਵਿਚਾਰ ਜਿਹੜੀ ਹੈ, ਉਸ ਪਰਮੇਸ਼ਰ ਦਾ ਗਿਆਨ ਜੋ ਬ੍ਰਹਮ ਗਿਆਨ ਹੈ ਉਹ ਸਾਨੂੰ ਕਿਸ ਪ੍ਰਕਾਰ ਪ੍ਰਾਪਤ ਹੋਵੇ ਤੇ ਅਸੀਂ ਸੁੱਖ ਮਾਣ ਸਕੀਏ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਤੇ ਇਹ ਸ਼ਬਦ ਉਚਾਰਿਆ, ਉਤਮਾ ਕਰਤ ਆਨੰਦ ਬਿਆਗ ਸਿਮਰਤ ਸੁਖ ਸਾਰ। ਜੇਕਰ ਤੂੰ ਆਨੰਦ ਚਾਹਣਾ ਹੈ ਨਾ ਪ੍ਰਾਪਤ ਕਰਨਾ, ਜੇ ਸਤਿਗੁਰਾਂ ਪਾਸੋਂ ਆਨੰਦ ਦੀ ਪ੍ਰਾਪਤੀ ਕਰਨੀ ਚਾਹਣਾ ਹੈ, ਆਨੰਦ ਵਿਸ਼ਿਆਂ ਵਿਕਾਰਾਂ ਦਾ ਆਨੰਦ ਨਹੀਂ, ਆਨੰਦ ਰਸਾਂ ਕਸਾਂ ਦੇ ਭੋਗਾਂ ਦਾ ਆਨੰਦ ਨਹੀਂ, ਇਹ ਆਨੰਦ ਹੈ ਉਸ ਪਰਮੇਸ਼ਰ ਦਾ। ਆਪਾਂ ਪਿੱਛੇ ਸ੍ਰੀ ਆਨੰਦ ਸਾਹਿਬ ਗੁਰਬਾਣੀ ਵਿੱਚ ਵੀ ਸਰਵਣ ਕਰਕੇ ਆਏ ਹਨ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਜਿਹੜਾ ਆਨੰਦ ਹੈ ਨਾ ਇਹ ਸਤਿਗੁਰਾਂ ਪਾਸੋਂ ਜਾਣਿਆ ਜਾਂਦਾ ਹੈ, ਜਿਹੜਾ ਸਦੀਵੀ ਅਤੇ ਸ੍ਰੇਸ਼ਟ ਆਨੰਦ ਹੈ ਮਨ ਨੂੰ ਹੁੰਦਾ, ਜਿਹੜਾ ਕਦੀ ਨਾਸ ਨਹੀਂ ਹੁੰਦਾ। ਇਹ ਆਨੰਦ ਸਤਿਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ। ਇਹ ਕਿਵੇਂ ਪ੍ਰਾਪਤ ਹੋਵੇਗਾ? ਸਤਿਗੁਰੂ ਕਹਿੰਦੇ ਹਨ, ਜੇ ਤੂੰ ਚਾਹਣਾ ਹੈ ਆਨੰਦ ਦੀ ਪ੍ਰਾਪਤੀ, ਕੀ ਕਰ? ਉਦਮ ਕਰ, ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰ, ਇਸ਼ਨਾਨ ਕਰਨ ਦਾ ਉਦਮ ਕਰ ਤੇ ਉਸ ਪਰਮੇਸ਼ਰ ਦਾ ਸਿਮਰਨ ਕਰਨ ਦਾ ਤੇ ਨਿਤਨੇਮ ਕਰਨ ਦਾ ਉਦਮ ਕਰ, ਜੇ ਤੂੰ ਚਾਹਣਾ ਹੈ ਕਿ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਉਦਮ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਸਤਿਗੁਰਾਂ ਦੀ ਸੰਗਤ ਵਿੱਚ ਆਉਣਾ, ਆਣ ਕਰਕੇ ਸਤਿਗੁਰਾਂ ਦਾ ਹਰ ਜਸ ਸਰਵਣ ਕਰਨਾ, ਕਥਾ ਕੀਰਤਨ ਸਰਵਣ ਕਰਨਾ। ਇਸ ਦੇ ਨਾਲ ਹੀ ਸਤਿਗੁਰ ਫਰਮਾਉਂਦੇ ਹਨ ਕਿ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਸਿਮਰਤ ਸੁਖ ਸਾਰ। ਅਤੇ ਸਦੀਵੀ ਸੁੱਖ ਹੈ ਜਿਹੜਾ ਉਹ ਕਿਵੇਂ ਪ੍ਰਾਪਤ ਹੋਵੇਗਾ? ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸਿਮਰਤ ਸੁਖ ਸਾਰ। ਤੇ ਉਸ ਪਰਮੇਸ਼ਰ ਦਾ ਫਿਰ ਸਿਮਰਨ ਕਰਨ ਦੇ ਨਾਲ ਇੱਕ ਤਾਂ ਉਦਮ ਕਰ ਲਿਆ ਅੰਮ੍ਰਿਤ ਵੇਲੇ ਉੱਠਣ ਦਾ, ਇਸ਼ਨਾਨ ਕਰਨ ਦਾ ਉਦਮ ਕਰ ਲਿਆ ਤੇ ਸੰਗਤ ਵਿੱਚ ਆਉਣ ਦਾ ਉਦਮ ਕਰ ਲਿਆ। ਇੱਥੇ ਆਣ ਕਰਕੇ ਕੀ ਕਰ? ਸਿਮਰਤ ਸੁਖ ਸਾਰ, ਉਸ ਪਰਮੇਸ਼ਰ ਦਾ ਸਿਮਰਨ ਕਰਨਾ ਕਰ। ਉਸ ਦਾ ਸਿਮਰਨ ਕਰੇਗਾ ਤੇ ਸੁਖ ਸਾਰ, ਤੈਨੂੰ ਸਦੀਵੀ ਸੁਖ ਜਿਹੜਾ ਪ੍ਰਾਪਤ ਹੋ ਜਾਵੇਗਾ ਸਤ ਸੰਗਤ ਦੇ ਵਿੱਚੋਂ, ਸਤਿਗੁਰਾਂ ਪਾਸੋਂ। ਜਪ ਜਪ ਨਾਮ ਗੋਬਿੰਦ ਕਾ। ਗੋਬਿੰਦ ਜੋ ਧਰਤੀ ਨੂੰ ਬਣਾਉਣ ਵਾਲਾ, ਸ੍ਰਿਸ਼ਟੀ ਨੂੰ ਰਚਣ ਵਾਲਾ ਗੋਬਿੰਦ ਜੋ ਪਰਮੇਸ਼ਰ ਹੈ, ਜੇਕਰ ਤੂੰ ਉਸ ਦਾ ਨਾਮ ਜਪੇਗਾ, ਬਾਰ-ਬਾਰ ਜਪੇਗਾ, ਪੂਰਨ ਵਿਚਾਰ। ਫਿਰ ਇਸ ਤਰੀਕੇ ਦੇ ਨਾਲ ਤੈਨੂੰ ਪੂਰਨ ਜੋ ਪਰਮੇਸ਼ਰ ਹੈ ਪੂਰਾ, ਉਸ ਦੀ ਵਿਚਾਰ, ਉਸ ਦਾ ਗਿਆਨ ਤੈਨੂੰ ਪੂਰਾ ਪ੍ਰਾਪਤ ਹੋ ਜਾਵੇਗਾ। ਭਾਵ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਕਿਵੇਂ? ਜਪ ਜਪ ਨਾਮ ਗੋਬਿੰਦ ਕਾ। ਗੋਬਿੰਦ ਸਾਰਿਆਂ ਨੂੰ ਬਣਾਉਣ ਵਾਲਾ ਕਰਤਾ ਪਰਮੇਸ਼ਰ, ਉਹਦਾ ਨਾਮ ਜਪ ਜਪ ਕੇ, ਉਸ ਦਾ ਸਿਮਰਨ ਕਰ ਕਰਕੇ, ਸਵਾਸ ਸਵਾਸ ਸਿਮਰ ਕੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਸਾਰੀਆਂ ਚਿੰਤਾਵਾਂ ਤੌਖਲੇ ਖਤਮ ਕਰ ਦੇਣ ਵਾਲਾ ਐਸਾ ਜੋ ਸ੍ਰੇਸ਼ਟ ਨਾਮ ਦਾ ਸਿਮਰਨ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੈ। ਇਸ ਤਰੀਕੇ ਦੇ ਨਾਲ ਜਪਣ ਦੇ ਨਾਲ ਉਸ ਗੋਬਿੰਦ ਪਰਮੇਸ਼ਰ ਦਾ ਨਾਮ
ਤੈਨੂੰ ਪੂਰਨ ਗਿਆਨ ਪੂਰਨ ਵਿਚਾਰ ਹਾਸਲ ਹੋ ਜਾਵੇਗੀ। ਚਰਨ ਕਮਲ ਗੁਰ ਕੇ ਇਹ ਪੂਰਨ ਵਿਚਾਰ ਜਿਹੜੀ ਇਸ ਸੰਸਾਰ ਦੇ ਅੰਦਰ ਮਾਇਆ ਨੇ ਭਰਮ ਹੀ ਪਾਇਆ ਹੋਇਆ ਹੈ ਨਾ, ਪੂਰਨ ਗਿਆਨ ਮਨੁੱਖਾਂ ਨੂੰ ਨਹੀਂ, ਅਗਿਆਨਤਾ ਵਸ ਹੋ ਕਰਕੇ ਤੇ ਮਾਇਆ ਦੇ ਵਸ ਪੈ ਜਾਂਦਾ ਹੈ ਇਹ ਜੀਵ। ਜਿਸ ਸਮੇਂ ਇਸ ਨੂੰ ਫਿਰ ਪੂਰਾ ਗਿਆਨ ਹੋ ਜਾਵੇਗਾ ਸਤਿਗੁਰਾਂ ਦਾ ਜਪ ਕਰਨ ਦੇ ਨਾਲ, ਫਿਰ ਉਹ ਪਰਮੇਸ਼ਰ ਨੂੰ ਜਾਣ ਸਕਦਾ ਹੈ, ਦੇਖ ਵੀ ਸਕਦਾ ਹੈ ਫਿਰ, ਤੇ ਉਹਦੇ ਨਾਲ ਮਿਲ ਵੀ ਇਸ ਪ੍ਰਕਾਰ ਸਕਦਾ ਹੈ। ਚਰਨ ਕਮਲ ਗੁਰ ਕੇ ਜਪਤ ਹਾਰ। ਚਰਨ ਕਮਲ ਗੁਰ ਕੇ ਜਪਤ। ਚਰਨ ਕਮਲ ਜਿਹੜੇ ਸਤਿਗੁਰਾਂ ਦੇ ਚਰਨ ਕਮਲ ਹਨ ਨਾ, ਉਹਨਾਂ ਦੇ ਵਿੱਚ ਧਿਆਨ ਧਰਨ ਦੇ ਨਾਲ, ਉਹਨਾਂ ਨੂੰ ਜਪਣ ਦੇ ਨਾਲ ਤੇ ਹਾਓ ਜੀਵਾ, ਤੇ ਉਸ ਹਰੀ ਦਾ ਪਰਮੇਸ਼ਰ ਦਾ ਜਾਪ ਕਰਨ ਦੇ ਨਾਲ ਹਾਓ ਜੀਵਾ, ਇਹ ਜੀਵਾ ਦਾ ਜੀਵਨ ਹੋ ਜਾਂਦਾ ਹੈ। ਇਹ ਜਿਉ ਪੈਂਦੇ ਹਨ ਇਹ ਜੀਵ ਜਿਹੜੇ ਆਤਮਿਕ ਮੌਤ ਤੇ ਮਰੇ ਰਹਿੰਦੇ ਹਨ ਹਰ ਸਮੇਂ। ਇਹ ਸਤਿਗੁਰਾਂ ਨੂੰ ਭੁੱਲਣ ਕਰਕੇ ਇਹਨਾਂ ਦੀ ਆਤਮਿਕ ਮੌਤ ਹੋਈ ਰਹਿੰਦੀ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਫਰਮਾਇਆ ਸੀ ਨਾ, ਆਖਾ ਜੀਵਾ ਵਿਸਰੈ ਮਰ ਜਾਓ। ਉਸ ਪਰਮੇਸ਼ਰ ਦਾ ਨਾਮ ਆਖਣ ਸਿਮਰਨ ਦੇ ਨਾਲ ਹੀ ਇਹ ਜਿਹੜੇ ਜੀਵ ਹੈ ਇਹਨਾਂ ਦਾ ਜੀਵਨ ਹੁੰਦਾ ਹੈ। ਜੇਕਰ ਨਹੀਂ ਨਾ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਜਪਦੇ ਤੇ ਇਹ ਮਰੇ ਹੀ ਰਹਿੰਦੇ ਹਨ। ਸਤਿਗੁਰੂ ਤੁਰੀਆਂ ਫਿਰਦੀਆਂ ਲਾਸ਼ਾਂ ਕਹਿੰਦੇ ਹਨ ਜਿਹੜੇ ਸਤਿਗੁਰਾਂ ਦਾ ਸਿਮਰਨ ਅਤੇ ਸਤਿਗੁਰਾਂ ਨੂੰ ਯਾਦ ਨਹੀਂ ਕਰਦੇ, ਉਹਨਾਂ ਦੇ ਚਰਨਾਂ ਕਮਲਾਂ ਦਾ ਧਿਆਨ ਨਹੀਂ ਧਰਦੇ। ਚਰਨ ਕਮਲ ਗੁਰ ਕੇ ਜਪਤ ਹਰ ਜਪ। ਹਾਓ ਜੀਵਾ, ਤੇ ਹਰੀ ਪਰਮੇਸ਼ਰ ਦੇ ਨਾਮ ਦਾ, ਉਸ ਪਰਮੇਸ਼ਰ ਦਾ ਜਪ ਕਰਨ ਦੇ ਨਾਲ ਇਹ ਜੀਵ ਜਿਉਂਦੇ ਹਨ। ਅਤੇ ਸਤਿਗੁਰੂ ਫਰਮਾਉਂਦੇ ਕਿ ਅਸੀਂ ਵੀ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੀ ਜੀਂਦੇ ਹਾਂ। ਵਿਸਰੈ ਮਰ ਜਾਓ। ਜਿਸ ਸਮੇਂ ਉਹ ਪਰਮੇਸ਼ਰ ਸਾਨੂੰ ਵਿਸਰ ਜਾਂਦਾ ਹੈ, ਉਸ ਦਾ ਨਾਮ ਸਾਨੂੰ ਵਿਸਰਦਾ ਹੈ ਨਾ, ਤੇ ਸਾਡਾ ਮਰਨ ਹੁੰਦਾ ਹੈ। ਪਾਰ ਬ੍ਰਹਮ ਆਰਾਧ। ਪਾਰ ਬ੍ਰਹਮ ਜਿਹੜਾ ਪਰਮੇਸ਼ਰ ਪਾਰ ਬ੍ਰਹਮ ਹੈ, ਉਸ ਨੂੰ ਆਰਾਧ ਤੇ ਉਸ ਦੀ ਆਰਾਧਨਾ ਕਰਨ ਦੇ ਨਾਲ ਅੰਮ੍ਰਿਤ ਪੀਵਾ ਨਹਾਓ। ਮੁਖ ਅੰਮ੍ਰਿਤ, ਤੇ ਉਸ ਦਾ ਨਾਮ ਦਾ ਅੰਮ੍ਰਿਤ, ਨਾਮ ਸਿਮਰਨ, ਨਾਮ ਰੂਪੀ ਅੰਮ੍ਰਿਤ ਨੂੰ ਸਿਮਰਨ ਭਾਵ ਪੀਣ ਦੇ ਨਾਲ ਇਹ ਸਾਰੇ ਸੁੱਖਾਂ ਦਾ ਸਾਰ ਪ੍ਰਾਪਤ ਹੋ ਜਾਵੇਗਾ। ਉਸ ਪੂਰਨ ਵਿਚਾਰ ਉਸ ਪਰਮੇਸ਼ਰ ਦੀ ਪ੍ਰਾਪਤ ਹੋ ਜਾਵੇਗੀ, ਤੇ ਮਨੁੱਖ ਜਿਹੜਾ ਹੈ ਹਿਰਦਾ, ਉਸ ਦਾ ਆਤਮਿਕ ਮੌਤ ਤੇ ਜੋ ਮਰਿਆ ਰਹਿੰਦਾ ਹੈ ਮਨੁੱਖ, ਉਹ ਵੀ ਇਸ ਪ੍ਰਕਾਰ ਜੀਵੇਗਾ। ਕਿਵੇਂ? ਪਾਰ ਬ੍ਰਹਮ ਆਰਾਧ, ਤੇ ਉਸ ਪਰਮੇਸ਼ਰ ਦੀ ਪਾਰ ਬ੍ਰਹਮ ਦੀ ਆਰਾਧਨਾ ਭਗਤੀ ਸਿਮਰਨ ਕਰਨ ਦੇ ਨਾਲ, ਤੇ ਮੁਖ ਅੰਮ੍ਰਿਤ ਪੀਵਾ, ਤੇ ਮੁਖ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਰੂਪੀ ਅੰਮ੍ਰਿਤ ਪੀਣਾ ਕਰੇ। ਇਹਦੇ ਨਾਲ ਹੀ ਇਸ ਨੂੰ ਪ੍ਰਾਪਤੀਆਂ ਹੋ ਸਕਦੀਆਂ ਹਨ। ਮਹਾਂਪੁਰਖ ਰਾੜਾ ਸਾਹਿਬ ਵਾਲੇ ਇਹ ਬਖਸ਼ਿਸ਼ ਕਰਿਆ ਕਰਦੇ ਸਨ ਕਿ ਜੇਕਰ ਇਸ ਜੀਵ ਨੇ ਅੰਮ੍ਰਿਤ ਦੀ ਦਾਤ ਨਹੀਂ ਨਾ ਪ੍ਰਾਪਤ ਕੀਤੀ ਪੰਜ ਪਿਆਰੇ ਸਾਹਿਬਾਨਾਂ ਪਾਸੋਂ, ਤੇ ਇਸ ਦੀ ਕਦੇ ਵੀ ਇਹਨੂੰ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਜੇਕਰ ਕੇਵਲ ਹੋਵੇਗੀ ਤਾਂ ਮੁਕਤੀ ਇਹਨੂੰ ਫਿਰ ਇਹ ਜਨਮ ਲੈ ਕਰਕੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਜਦੋਂ, ਫਿਰ ਹੀ ਇਸ ਨੂੰ ਉਸ ਪਰਮੇਸ਼ਰ ਦੀ ਸਦੀਵੀ ਸੁੱਖ ਦੀ ਇਹਨੂੰ ਪ੍ਰਾਪਤੀ ਤੇ ਇਹਦੀ ਮੁਕਤੀ ਹੋਵੇਗੀ। ਇਹ ਹੈ ਮੁਖ ਅੰਮ੍ਰਿਤ ਪੀਵਾ। ਜਿਹੜਾ ਮੁਖ ਤੋਂ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ, ਉਸ ਨੂੰ ਇਹ ਸਾਰੀਆਂ ਪ੍ਰਾਪਤੀਆਂ ਫਿਰ ਹੋ ਜਾਣਗੀਆਂ ਨਾਮ ਸਿਮਰਨ ਦੇ ਦੁਆਰਾ। ਜੀ ਜੰਤ ਸਭ ਦੁੱਖ ਬਸੇ। ਜੀ ਜੰਤ ਸਾਰੇ ਹੀ ਜਿਹੜੇ ਜੀਵ ਹਨ, ਅਤੇ ਸੂਖਮ ਅਸਥੂਲ ਜੀਵ ਤੇ ਜੰਤ ਜਿਹੜੇ ਸੂਖਮ ਜੀਵ ਹਨ, ਸਭ ਸੁਖ ਬਸੇ, ਸਾਰੇ ਹੀ ਸੁਖੀ ਵਸਦੇ ਹਨ। ਕਿਵੇਂ? ਉਸ ਪਰਮੇਸ਼ਰ ਨੂੰ ਸਿਮਰਨ ਦੇ ਨਾਲ। ਉਸ ਦੇ ਸਿਮਰਨ ਦੇ ਨਾਲ ਹੀ ਸਾਰੇ ਜੀਵ ਜੰਤ ਵੀ ਸੁਖੀ ਵਸ ਜਾਂਦੇ ਹਨ। ਸਭ ਕੈ ਮਨ ਲੋਚ। ਸਭ ਕੈ, ਅਤੇ ਸਾਰੇ ਜੀਵਾਂ ਦੇ ਮਨ ਵਿੱਚ ਲੋਚ, ਇਹੀ ਹੈ ਲੋਚ, ਇਹੀ ਆਸਾ ਉਹਨਾਂ ਦੇ ਮਨ ਦੇ ਅੰਦਰ ਲੱਗੀ ਹੋਈ ਆ ਕਿ ਸਾਨੂੰ ਵੀ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ, ਉਹਦੇ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਜਿਸ ਪ੍ਰਕਾਰ ਦੇ ਨਾਲ ਬਬੀਹਾ ਪੁਕਾਰ ਕਰਦਾ ਹੈ ਨਾ ਸਵਾਂਤੀ ਬੋਧ ਵਾਸਤੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਜਦੋਂ ਉਹ ਪੁਕਾਰ ਕਰਦਾ ਹੈ ਬਬੀਹਾ, ਫਿਰ ਉਸ ਦੀ ਪੁਕਾਰ ਸੁਣੀ ਜਾਂਦੀ ਹੈ। ਜੇਕਰ ਆਪਾਂ ਵੀ ਪੁਕਾਰ ਕਰਾਂਗੇ ਨਾ ਪਰਮੇਸ਼ਰ ਅੱਗੇ, ਫੇਰ ਹੀ ਸੁਣੀ ਜਾਵੇਗੀ। ਬਿਨਾਂ ਪੁਕਾਰ ਕੀਤੇ ਨਹੀਂ ਸੁਣੀ ਜਾਂਦੀ। ਪੁਕਾਰਾਂਗੇ ਪਰਮੇਸ਼ਰ ਨੂੰ ਹਰ ਰੋਜ਼, ਨਿਤਾ ਪ੍ਰਤੀ ਸਿਮਰਨ ਕਰਾਂਗੇ, ਪੁਕਾਰਾਂਗੇ ਕਿ ਇਹ ਪਰਮੇਸ਼ਰ ਸਾਡੇ ਤੇ ਵੀ ਬਖਸ਼ਿਸ਼ ਕਰੋ, ਸਾਨੂੰ ਵੀ ਆਪਣੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦੇਵੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੋ, ਸਾਨੂੰ ਵੀ ਇਹ ਸੁੱਖ ਪ੍ਰਾਪਤ ਹੋ ਜਾਣ ਜਿਹੜੇ ਤੁਸੀਂ ਆਪਣੇ ਸਿੱਖਾਂ ਨੂੰ ਦਿੰਦੇ ਹੋ। ਸਾਡੇ ਤੇ ਵੀ ਕਿਰਪਾ ਕਰਕੇ, ਸਾਨੂੰ ਤਰਸ ਕਰਕੇ ਤੇ ਆਪਣੇ ਚਰਨਾਂ ਦੀ ਸੇਵਾ ਸਾਨੂੰ ਬਖਸ਼ਿਸ਼ ਕਰ ਦੇਵੋ, ਜਿੱਥੋਂ ਸਾਨੂੰ ਸੁੱਖ ਪ੍ਰਾਪਤ ਹੋ ਜਾਵੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਫਰਮਾਉਂਦੇ, ਸਭ ਕੈ ਮਨ ਲੋਚ। ਸਾਰੇ ਜੀਵ ਹੀ ਮਨ ਦੇ ਅੰਦਰ ਲੋਚਦੇ ਹਨ ਕਿ ਸਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ। ਇਹ ਸੰਸਾਰ ਹੈ ਦੁੱਖ, ਤੇ ਇਹ ਦੁੱਖਾਂ ਦੀ ਨਿਵਰਤੀ ਸਾਡੀ ਹੋ ਜਾਵੇ, ਸਾਨੂੰ ਸਦੀਵੀ ਸੁੱਖ ਮਿਲ ਜਾਵੇ।
ਇਹ ਸਾਰੇ ਹੀ ਜੀਵ ਲੋਚਦੇ ਹਨ ਮਨ ਦੇ ਅੰਦਰ, ਤੇ ਉਸ ਪਰਮੇਸ਼ਰ ਦਾ ਜਪ ਸਿਮਰਨ ਕਰਨ ਦੇ ਨਾਲ ਇਹ ਸਭ ਜੀ ਜੰਤ ਸਭ ਸੁਖ ਵਸੇ। ਇਹ ਲੋਚਾ ਜਿਹੜੀ ਹੈ ਉਹਨਾਂ ਦੀ ਸੁਖੀ ਵਸਣ ਦੀ, ਇਹ ਉਸ ਪਰਮੇਸ਼ਰ ਨੂੰ ਜਪਣ ਦੇ ਨਾਲ ਹੀ ਪੂਰੀ ਹੋ ਸਕਦੀ ਹੈ। ਪਰਿ ਉਪਕਾਰ ਨਿਤ ਚਿਤਵੰਦੇ। ਤੇ ਜਿਹੜੇ ਜੀਵ ਪਰ ਉਪਕਾਰ ਕਰਨ ਵਾਲਾ ਪਰਮੇਸ਼ਰ ਹੈ ਉਸ ਨੂੰ ਚਿਤਵਦੇ ਹਨ, ਸਿਮਰਦੇ ਹਨ, ਉਹ ਸੁਖੀ ਵਸਦੇ ਹਨ। ਅਥਵਾ ਪਰ ਉਪਕਾਰ ਜਿਹੜਾ ਕਰਨਾ ਹੈ, ਪਰਾਏ ਦੇ ਉੱਪਰ ਉਪਕਾਰ ਕਰਨਾ ਹੈ, ਕਿਸੇ ਦਾ ਭਲਾ ਕਰਨਾ ਹੈ, ਨਿਤ ਚਿਤਵਦੇ, ਉਹ ਜਿਹੜੇ ਹਨ ਉਹ ਚਿਤਵਦੇ ਹਨ ਆਪਣੇ ਮਨ ਦੇ ਅੰਦਰ। ਨਿਤਾ ਪ੍ਰਤੀ ਉਹਨਾਂ ਦੇ ਖਿਆਲ ਇਹੀ ਰਹਿੰਦਾ ਹੈ ਕਿ ਸਾਡੇ ਹੱਥੋਂ ਕਿਸੇ ਦਾ ਬੁਰਾ ਨਾ ਹੋ ਜਾਵੇ। ਹਰ ਵਕਤ ਹੀ ਉਹ ਆਪਣੇ ਹੱਥੋਂ ਕਿਸੇ ਦਾ ਭਲਾ ਕਰਨ ਦਾ ਲੋਚਦੇ ਹਨ ਜਿਹੜੇ। ਨਾਹੀ ਕਛੁ ਕੋਚ। ਪਰ ਉਹਨਾਂ ਦੀ ਇਸ ਕਾਰਜ ਦੇ ਵਿੱਚ ਕੱਛ ਪੋਚ, ਕੋਈ ਊਣਤਾ ਹੀ ਨਹੀਂ ਹੁੰਦੀ, ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਅਥਵਾ ਪੋਚ, ਕੋਈ ਇਸ ਕਾਰਜ ਦੇ ਅੰਦਰ ਕੋਈ ਨੀਚਤਾ ਹੀ, ਨੀਵਾਂ ਕੰਮ ਨਹੀਂ ਹੈ। ਪਰ ਉਪਕਾਰ ਕਰਨਾ ਤਾਂ ਬ੍ਰਹਮ ਗਿਆਨੀਆਂ ਦਾ ਕਾਰਜ ਹੈ। ਪਰ ਉਪਕਾਰ ਕਰਨਾ ਤਾਂ ਸ੍ਰੇਸ਼ਟ ਮਨੁੱਖਾਂ ਦਾ ਕਾਰਜ ਹੈ। ਇਸ ਦੇ ਅੰਦਰ ਕੋਈ ਨੀਚਤਾ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਫਰਮਾਉਂਦੇ ਹਨ, ਪਰ ਉਪਕਾਰ ਨਿਤ ਚਿਤਵਤੇ। ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਦਾ ਸੁੱਖ ਵੀ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਹਰ ਵਕਤ ਪਰ ਉਪਕਾਰ ਹੀ ਚਿਤਵਣਾ ਚਾਹੀਦਾ ਹੈ। ਜੇਕਰ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਆਪਣਾ ਭਲਾ ਹੋ ਸਕੇਗਾ। ਧੰਨ ਸੋ ਥਾਨ ਸਤ ਧੰਨ। ਧੰਨ ਸੋ ਥਾਨ, ਸਤਿਗੁਰੂ ਸਾਹਿਬ ਫਰਮਾਉਂਦੇ ਉਹ ਥਾਨ ਸਤ ਸੰਗਤ ਰੂਪੀ ਥਾਨ ਧੰਨ ਹੈ। ਜਹ ਜਪੀਐ ਨਾਮ। ਜਿੱਥੇ ਉਸ ਪਰਮੇਸ਼ਰ ਦੇ ਨਾਮ ਦਾ ਜਪ ਕੀਤਾ ਜਾਂਦਾ ਹੈ, ਉਸ ਦਾ ਸਿਮਰਨ ਹੁੰਦਾ ਹੈ, ਧੰਨ ਸੋ ਥਾਨ, ਉਹ ਸਤ ਸੰਗਤ ਰੂਪੀ ਥਾਂ ਵੀ ਧੰਨ ਹੈ। ਬਸੰਤ ਧੰਨ, ਤੇ ਉਸ ਦੇ ਅੰਦਰ ਆਣ ਕਰਕੇ ਵਸਣ ਵਾਲੇ ਗੁਰਸਿੱਖ ਜੀਵ ਵੀ ਧੰਨ ਹਨ। ਭਾਵ ਸਵੇਰ ਸ਼ਾਮ ਸਤਿਗੁਰਾਂ ਦੀ ਸੰਗਤ ਦੇ ਵਿੱਚ ਆਉਣ ਵਾਲੇ ਜੀਵ ਉਹ ਵੀ ਧੰਨ ਹਨ। ਇਹ ਸਤ ਸੰਗਤ ਵੀ ਧੰਨ ਹੈ। ਜਹ ਜਪੀਐ ਨਾਮ, ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਇਸ ਪ੍ਰਕਾਰ ਧੰਨ ਸੋ ਥਾਨ, ਉਹ ਜਿਹੜੇ ਆਪਣੇ ਘਰ ਹਨ ਨਾ ਇੱਟਾਂ ਦੇ ਬਣੇ ਹੋਏ, ਉਹ ਘਰ ਵੀ ਧੰਨ ਹਨ। ਤੇ ਉਸ ਘਰ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਜੀਵ ਵੀ ਸਾਰੇ ਧੰਨ ਹਨ। ਜਹ ਜਪੀਐ ਨਾਉ, ਜਿਸ ਘਰ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਸਵੇਰ ਸ਼ਾਮ ਅਥਵਾ ਨਿਤਾ ਪ੍ਰਤੀ। ਇਸੇ ਪ੍ਰਕਾਰ ਧੰਨ ਸੋ ਥਾਨ, ਇਹ ਜਿਹੜਾ ਮਨੁੱਖਾ ਦੇਹੀ ਥਾਨ ਮਿਲਿਆ ਹੈ ਨਾ, ਇਹ ਵੀ ਧੰਨ ਹੈ। ਇਸ ਦੇ ਅੰਦਰ ਆਇਆ ਹੋਇਆ ਜੀਵ ਆਤਮਾ ਦਾ ਵੀ ਧੰਨ ਹੈ। ਜਹ ਜਪੀਐ ਨਾਮ, ਜਿਸ ਮਨੁੱਖਾ ਸਰੀਰ ਦੇ ਅੰਦਰ ਨਾਮ ਜਪਿਆ ਜਾਂਦਾ ਹੈ। ਇਸ ਮਨੁੱਖਾ ਸਰੀਰ ਤੋਂ ਮਿਲੇ ਹੋਏ ਗਿਆਨ ਇੰਦਰੀਆਂ ਦੁਆਰਾ, ਜਿਹਬਾ ਦੁਆਰਾ ਨਾਮ ਜਪਿਆ ਜਾਂਦਾ ਹੈ, ਕੰਨਾਂ ਦੁਆਰਾ ਸੁਣਿਆ ਜਾਂਦਾ ਹੈ। ਧੰਨ ਸੋ ਥਾਨ, ਉਹ ਮਨੁੱਖਾ ਸਰੀਰ ਵੀ ਧੰਨ ਹੈ। ਬਸੰਤ ਧੰਨ, ਉਸ ਸਰੀਰ ਦੇ ਅੰਦਰ ਇਹ ਮਨੁੱਖਾ ਦੇਹੀ ਪ੍ਰਾਪਤ ਕਰਕੇ ਆਇਆ ਉਹ ਜੀਵ ਵੀ ਧੰਨ ਹੈ ਜਿਹੜਾ ਨਾਮ ਜਪਦਾ ਹੈ ਇਸ ਸੰਸਾਰ ਦੇ ਅੰਦਰ ਆਣ ਕਰਕੇ। ਕਥਾ ਕੀਰਤਨ ਹਰਿ ਅਤ ਕਨਾ। ਸੁਖ ਸਹਿਜ ਬਿਸਰਾਮ। ਅਤੇ ਕਥਾ ਕੀਰਤਨ ਹਰ ਅਤ ਘਣਾ, ਇਸ ਸਤ ਸੰਗਤ ਰੂਪੀ ਥਾਨ ਦੇ ਅੰਦਰ ਫਿਰ ਜਿੱਥੇ ਕਥਾ ਹੁੰਦੀ ਹੈ, ਉਸ ਪਰਮੇਸ਼ਰ ਦੇ ਸਰੂਪ ਲੱਖਣਾਂ ਦੀ ਕਥਾ ਹੋ ਜਾਂਦੀ ਹੈ, ਤਟਸਥੀ ਲੱਖਣਾਂ ਦੀ ਕਥਾ ਹੁੰਦੀ ਹੈ ਜਿੱਥੇ। ਅਤੇ ਕੀਰਤਨ, ਉਸ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਹਰ ਜਸ ਗਾਇਨ ਹੁੰਦਾ ਹੈ। ਹਰ ਅਤ ਘਣਾ, ਜਿੱਥੇ ਘਣਾ ਹੀ ਕਥਾ ਅਤੇ ਕੀਰਤਨ ਸਤ ਸੰਗਤ ਦੇ ਵਿੱਚ ਹੁੰਦਾ ਹੈ। ਸੁਖ ਸਹਿਜ ਵਿਸਰਾਮ, ਉਸ ਸਤ ਸੰਗਤ ਦੇ ਵਿੱਚੋਂ ਫਿਰ ਸੁਖ ਸਰੂਪ ਪਰਮੇਸ਼ਰ ਦੀ ਸਹਿਜ ਹੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਸਤ ਸੰਗਤ ਦੇ ਵਿੱਚੋਂ ਸੁੱਖਾਂ ਦੀ ਅਤੇ ਸਹਿਜ ਦੀ ਪ੍ਰਾਪਤੀ, ਸੁੱਖਾਂ ਦੀ ਪ੍ਰਾਪਤੀ ਐਸੀ ਸਤ ਸੰਗਤ ਵਿੱਚੋਂ ਹੀ ਹੁੰਦੀ ਹੈ ਜਿੱਥੇ ਕਥਾ ਕੀਰਤਨ ਹਰ ਅਤ ਘਣਾ, ਕਥਾ ਹੋਵੇ ਪਰਮੇਸ਼ਰ ਦੇ ਗੁਣਾਂ ਦੀ ਤੇ ਕੀਰਤੀ ਹੋਵੇ ਪਰਮੇਸ਼ਰ ਦੀ। ਕਿਉਂਕਿ ਸਾਧ ਸੰਗਤ, ਜੇਕਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਨਾ, ਸਾਡੇ ਨਗਰ ਦੇ ਅੰਦਰ ਆਣ ਕਰਕੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਹੈ, ਸਾਨੂੰ ਨਿਤਾ ਪ੍ਰਤੀ ਦਰਸ਼ਨ ਦਿੰਦੇ ਹਨ, ਸੇਵਾ ਦੀ ਦਾਤ ਬਖਸ਼ਿਸ਼ ਕਰਦੇ ਹਨ। ਕਿਉਂਕਿ ਇਹ ਕਿਸੇ ਜੀਵ ਦੇ ਹੱਥ ਵਸ ਨਹੀਂ, ਕਿਸੇ ਦਾ ਉਦਮ ਨਹੀਂ ਕਿ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਗਰ ਦੇ ਵਿੱਚ ਆਣ ਕਰਕੇ ਰਹਿਣ। ਇਹ ਸਤਿਗੁਰੂ ਆਪ ਜੀਵਾਂ ਤੇ ਬਖਸ਼ਿਸ਼ ਕਰਨ ਵਾਸਤੇ ਹੀ ਸਾਡੇ ਪਾਸ ਆਏ ਹਨ। ਤੇ ਸਤਿਗੁਰਾਂ ਦਾ ਇੱਥੇ ਆਉਣ ਦਾ ਇੱਕੋ ਹੀ ਕਾਰਜ ਨਹੀਂ, ਇਹੀ ਸਤਿਗੁਰਾਂ ਦਾ ਕਾਰਜ ਨਹੀਂ ਕਿ ਸਵੇਰੇ ਪ੍ਰਕਾਸ਼ ਹੋ ਜਾਵੇ, ਸ਼ਾਮ ਨੂੰ ਸੁਖਾਸਣ ਹੋ ਜਾਵੇ ਅਤੇ ਸਤਿਗੁਰੂ ਆਪਾਂ ਫਿਰ ਸਤਿਗੁਰਾਂ ਨੂੰ ਇੱਕ ਕਿਰਿਆ ਕਰਨ ਵਾਸਤੇ, ਲੋਕ ਦਿਖਾਵੇ ਵਾਸਤੇ ਜਦੋਂ ਜਵਾਕ ਜੰਮਿਆ ਉਦੋਂ ਘਰੇ ਬੁਲਾ ਲਿਆ, ਜਦੋਂ ਕੋਈ ਜੀਵ ਚੜ੍ਹਾਈ ਕਰ ਗਿਆ ਉਦੋਂ ਸਤਿਗੁਰਾਂ ਨੇ ਘਰੇ ਬੁਲਾ ਲਿਆ, ਅਤੇ ਜਿਸ ਸਮੇਂ ਆਨੰਦ ਕਾਰਜ ਹੋਇਆ ਉਦੋਂ ਘਰੇ ਬੁਲਾ ਲਿਆ। ਕੇਵਲ ਸਤਿਗੁਰੂ ਇਸ ਵਾਸਤੇ ਨਹੀਂ, ਹਾਂ ਸਤਿਗੁਰੂ ਹਨ ਇਸੇ ਕਾਰਜਾਂ ਵਾਸਤੇ ਵੀ, ਪਰ ਕੇਵਲ ਇਹੀ ਕਾਰਜ ਨਹੀਂ ਸਤਿਗੁਰਾਂ ਦਾ ਆਪਣੇ ਇਸ ਨਗਰ ਦੇ ਵਿੱਚ ਆਉਣ ਦਾ।
ਸਤਿਗੁਰੂ ਫਰਮਾਉਂਦੇ ਜਿਹੜੀ ਸਤਿਗੁਰਾਂ ਦੀ ਸੰਗਤ ਹੈ ਨਾ, ਉੱਥੇ ਕਥਾ ਕੀਰਤਨ ਹਰ ਅਤ ਘਣਾ। ਕਥਾ ਉਸ ਪਰਮੇਸ਼ਰ ਦੇ ਨਾਮ ਦੀ, ਉਸ ਪਰਮੇਸ਼ਰ ਦੇ ਸਰੂਪ ਦੀ ਕਥਾ ਹੋਣੀ ਚਾਹੀਦੀ ਹੈ। ਅਤ ਘਣਾ ਬਹੁਤ ਕਥਾ ਹੋਣੀ ਚਾਹੀਦੀ ਹੈ। ਪ੍ਰਵਾਹ ਚੱਲਦੇ ਹੀ ਰਹਿਣੇ ਚਾਹੀਦੇ ਹਨ ਅਤੇ ਕੀਰਤਨ ਪਰਮੇਸ਼ਰ ਦੀ ਕੀਰਤੀ ਗੁਣ ਗਾਇਨ ਕਰਨੇ ਹਨ, ਚਾਹੇ ਉਹ ਪਾਠ ਰੂਪ ਅੰਦਰ ਕਰਨੇ ਹਨ, ਚਾਹੇ ਕਥਾ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਇਨ ਕਰਨੇ ਹਨ, ਚਾਹੇ ਇਹ ਕੀਰਤਨ ਕਰਕੇ ਤਬਲਾ ਵਾਜੇ ਦੇ ਨਾਲ, ਚਾਹੇ ਜੋੜੀਆਂ ਦੇ ਵਿੱਚ ਸ਼ਬਦ ਇੱਕ ਗੁਰਸਿੱਖ ਅੱਗੇ ਪੜ੍ਹੇ ਬਾਕੀ ਸੰਗਤ ਪਿੱਛੇ ਪੜ੍ਹੇ, ਇਸ ਤਰੀਕੇ ਦੇ ਨਾਲ ਕੀਰਤਨ ਹੋਣਾ ਹੈ ਪਰਮੇਸ਼ਰ ਦਾ। ਜਾਂ ਜੋ ਸੁਖਮਣੀ ਸਾਹਿਬ ਆਪਾਂ ਜੋਟੀਆਂ ਦੇ ਅੰਦਰ ਪਾਠ ਕਰਦੇ ਹਨ ਨਾ, ਇਹ ਕੀਰਤੀ ਕਰਨੀ ਹੈ ਪਰਮੇਸ਼ਰ ਦੀ। ਅਤੇ ਜੋ ਸੰਧਿਆ ਵੇਲੇ ਆਰਤੀ ਸਾਹਿਬ ਗਾਇਨ ਕੀਤੀ ਜਾਂਦੀ ਹੈ ਸਾਰੀ ਸੰਗਤ ਵੱਲੋਂ ਰਲ ਮਿਲ ਕਰਕੇ, ਇਹ ਜਿਹੜਾ ਕੀਰਤੀ ਕਰਨੀ ਹੈ ਪਰਮੇਸ਼ਰ ਦੀ ਹਰ ਅਤ ਘਣਾ, ਇਹ ਹੈ ਮਕਸਦ ਸਤ ਸੰਗਤ ਦਾ। ਇਸ ਸਤ ਸੰਗਤ ਦੇ ਅੰਦਰ ਕਥਾ ਤੇ ਕੀਰਤਨ ਘਣਾ ਹੀ ਹੋਣਾ ਚਾਹੀਦਾ ਹੈ। ਇਸ ਦੇ ਪ੍ਰਵਾਹ ਚੱਲਦੇ ਹੀ ਰਹਿਣੇ ਚਾਹੀਦੇ ਹਨ। ਫਿਰ ਇਸ ਦੇ ਨਾਲ ਅਤਕ ਸੁਖ ਘਣਾ ਸੁਖ ਹੁੰਦਾ ਹੈ। ਫਿਰ ਜਿਹੜੇ ਸਤ ਸੰਗਤ ਦੇ ਵਿੱਚ ਜੀਵ ਆਉਂਦੇ ਹਨ, ਫਿਰ ਉਦੋਂ ਇਹਨਾਂ ਨੂੰ ਸੁਖ ਪ੍ਰਾਪਤ ਹੋਵੇਗਾ ਜਦੋਂ ਇਹ ਕਥਾ ਦੇ ਕੀਰਤਨ ਦੇ ਪ੍ਰਵਾਹ ਦੇ ਅੰਦਰ ਆਣ ਕਰਕੇ ਉਹ ਸ਼ਾਮਲ ਹੋਣ। ਇਸ ਤਰੀਕੇ ਨਾਲ ਸਤਿਗੁਰੂ ਫਰਮਾਉਂਦੇ ਹਨ, ਕਥਾ ਕੀਰਤਨ ਹਰ ਅਤ ਘਣਾ, ਸੁਖ ਸਹਿਜ ਵਿਸਰਾਮ। ਫਿਰ ਇਹੋ ਜਿਹੀ ਸੰਗਤ ਜਿੱਥੇ ਹੁੰਦੀ ਹੈ, ਉੱਥੇ ਆਣ ਕਰਕੇ ਫਿਰ ਜੀਵਾਂ ਨੂੰ ਸੁਖ ਦੀ ਸਹਿਜੇ ਹੀ ਵਿਸਰਾਮ ਪ੍ਰਾਪਤੀ ਹੋ ਜਾਂਦੀ ਹੈ। ਮਨ ਦੇ ਅੰਦਰੋਂ ਕਦੇ ਵੀ ਨਹੀਂ ਵਿਸਰਨਾ ਚਾਹੀਦਾ ਉਹ ਪਰਮੇਸ਼ਰ। ਜਿਹੜਾ ਅਨਾਥਾਂ ਦਾ, ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਜਿਨ੍ਹਾਂ ਦਾ ਕੋਈ ਖਸਮ ਨਹੀਂ ਸਿਰ ਦੇ ਉੱਪਰ, ਉਹਨਾਂ ਦਾ ਜੋ ਨਾਥ ਮਾਲਕ ਪਰਮੇਸ਼ਰ ਹੈ, ਉਹ ਸਤਿਗੁਰੂ ਫਰਮਾਉਂਦੇ ਹਨ ਕਦੇ ਵੀ ਉਹ ਵਿਸਰਨਾ ਨਹੀਂ ਚਾਹੀਦਾ ਹੈ ਜੀਵ। ਤੂੰ ਕਦੇ ਉਸ ਨੂੰ ਭੁਲਾੜਾ, ਹਰ ਸਮੇਂ ਉਸ ਨੂੰ ਯਾਦ ਕਰ, ਉਸ ਦਾ ਸਿਮਰਨ ਕਰ। ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਹੇ ਹਨ, ਪ੍ਰਭ ਸਰਣਾਗਤੀ। ਐਸੇ ਪ੍ਰਭੂ ਪਰਮੇਸ਼ਰ ਦੀ ਅਸੀਂ ਸਰਣਾਗਤੀ ਸ਼ਰਨ ਆਏ ਹਾਂ, ਜਿਹਦੇ ਹੱਥ ਵਿੱਚ ਸਾਰਾ ਕੁਝ ਹੀ ਹੈ। ਹਰੇਕ ਕਾਰਜ, ਹਰੇਕ ਕੰਮ ਸਤਿਗੁਰੂ ਜਿਹਨੇ ਕੀਤਾ ਹੈ, ਜਿਹੜਾ ਕਰਨ ਦੇ ਸਮਰੱਥ ਹੈ ਪਰਮੇਸ਼ਰ, ਅਸੀਂ ਸਤਿਗੁਰੂ ਕਹਿੰਦੇ ਉਹਦੀ ਸਰਣਾਈ ਆਏ ਹਾਂ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਐਸਾ ਜੋ ਪਰਮੇਸ਼ਰ ਹੈ, ਸਾਰਾ ਕੁਝ ਕਰਨ ਕਰਾਉਣ ਵਾਲਾ ਹੈ। ਸਤਿਗੁਰੂ ਫਰਮਾਉਂਦੇ ਹਨ ਕਿ ਉਸ ਦੀ ਸ਼ਰਨ ਹੀ ਪੈਣਾ ਚਾਹੀਦਾ ਹੈ। ਉਸ ਦੀ ਸ਼ਰਨ ਪੈ ਕਰਕੇ ਤੇ ਸਾਨੂੰ ਨਾਮ ਸਿਮਰਨਾ ਚਾਹੀਦਾ ਹੈ, ਕਥਾ ਕੀਰਤਨ ਸੁਣਨੀ ਚਾਹੀਦੀ ਹੈ। ਇਸ ਦੇ ਨਾਲ ਫਿਰ ਜਿਹੜਾ ਆਨੰਦ ਅਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਸਿਮਰਨ ਕਰਨ ਦੇ ਨਾਲ ਸੁਖ ਹੋਵੇਗਾ। ਅੰਮ੍ਰਿਤ ਵੇਲੇ ਉੱਠ ਕਰਕੇ ਸਤ ਸੰਗਤ ਕਰਨ ਦੇ ਨਾਲ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਬਖਸ਼ਿਸ਼ ਕੀਤੀ। ਜੋ ਹੁਣ ਲੜੀਵਾਰ ਕਥਾ ਸ੍ਰੀ ਆਨੰਦ ਸਾਹਿਬ ਪਵਿੱਤਰ ਬਾਣੀ ਦੀ ਚੱਲ ਰਹੀ ਹੈ, ਉਸ ਨੂੰ ਸਰਵਣ ਕਰਨ ਦਾ ਯਤਨ ਕਰੀਏ। ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕੱਲ ਦੇ ਦੀਵਾਨਾਂ ਦੇ ਅੰਦਰ, ਕਿ ਜਿਹੜੇ ਜੀਵ ਬਗਲੇ ਦੀ ਨਿਆਈ, ਇਹ ਬਾਹਰੋਂ ਤਾਂ ਆਪਣੇ ਉੱਜਲ ਕੱਪੜੇ ਪਹਿਨ ਕਰਕੇ ਦਿਖਾਵਾ ਕਰਦੇ ਹਨ, ਪਰ ਅੰਦਰੋਂ ਉਹਨਾਂ ਦੇ ਮਨ ਵਿਕਾਰਾਂ ਦੇ ਨਾਲ ਮੈਲੇ ਹੁੰਦੇ ਹਨ। ਉਹਨਾਂ ਦੀ ਹਾਲਤ ਇਹ ਹੁੰਦੀ ਹੈ ਕਿ ਉਹਨਾਂ ਨੇ ਜਨਮ ਜੂਆ ਹਾਰਿਆ, ਫਿਰ ਉਹ ਜਨਮ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਨਾ, ਉਹ ਹਾਰ ਕਰਕੇ ਇੱਥੋਂ ਫਿਰ ਚਲੇ ਜਾਂਦੇ ਹਨ। ਤੇ ਜਿਹੜੇ ਸਤਿਗੁਰਾਂ ਦੀ ਕਿਰਪਾ ਸਦਕਾ ਜੀਉ ਨਿਰਮਲ, ਬਾਹਰੋਂ ਨਿਰਮਲ, ਹਿਰਦੇ ਤੋਂ ਵੀ ਨਿਰਮਲ ਹੋ ਜਾਂਦੇ ਹਨ, ਨਾਮ ਜਪਣ ਦੇ ਕਰਕੇ, ਨਾਮ ਦਾ ਰਸ ਪ੍ਰਾਪਤ ਕਰਨ ਦੇ ਕਰਕੇ, ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ, ਉਹ ਫਿਰ ਇਸ ਜਨਮ ਰਤਨ ਉਹ ਖੱਟ ਕੇ ਚਲੇ ਜਾਂਦੇ ਹਨ ਤੇ ਉਹਨਾਂ ਦੇ ਸਦਾ ਉਹ ਗੁਰੂ ਦੇ ਨਾਲ ਰਹਿ ਜਾਂਦੇ ਹਨ। ਸਤਿਗੁਰਾਂ ਦੇ ਮਿਲਾਪ ਉਹਨਾਂ ਨੂੰ ਹਾਸਲ ਹੋ ਜਾਂਦਾ ਹੈ, ਜਿਹੜੇ ਅੰਦਰੋਂ ਬਾਹਰੋਂ ਨਿਰਮਲ ਹੋਣ। ਇਸ ਕਰਕੇ ਆਪਣੇ ਮਨ ਦੀ ਮੈਲ ਜਿਹੜੀ ਜਨਮਾਂ ਦੀ ਇਸ ਨੂੰ ਲੱਗੀ ਹੈ, ਸਤਿਗੁਰ ਫਰਮਾਉਂਦੇ ਤੂੰ ਵੀ ਉਦਮ ਕਰ, ਤੇਰਾ ਵੀ ਮਨ ਨਿਰਮਲ ਹੋ ਜਾਵੇ। ਸਿਮਰਨ ਕਰ, ਸਤਿਗੁਰਾਂ ਦੀ ਸਤ ਸੰਗਤ ਕਰ, ਤੇਰਾ ਵੀ ਮਨ ਨਿਰਮਲ ਹੋ ਗਿਆ ਤੇ ਤੈਨੂੰ ਵੀ ਫਿਰ ਇਸ ਸਤ ਸੰਗਤ ਦੇ ਅੰਦਰੋਂ ਸਤਿਗੁਰਾਂ ਦੇ ਰਸ ਦੀ ਪ੍ਰਾਪਤੀ ਹੋ ਜਾਵੇਗੀ ਤੇ ਸਦਾ ਰਹੋ ਹਰ ਨਿਰਮਲ, ਸਦਾ ਰਹਿ ਗੁਰ ਨਾਲੇ। ਫਿਰ ਤੂੰ ਵੀ ਗੁਰੂ ਦੇ ਨਾਲ ਰਹਿਣ ਲੱਗ ਜਾਵੇਂਗਾ। ਸਤਿਗੁਰਾਂ ਦਾ ਸਰੂਪ ਲਖਣਾ ਤੈਨੂੰ ਹੋ ਜਾਵੇਗੀ। ਤੇ ਅੱਜ ਸਤਿਗੁਰੂ, ਇੱਥੋਂ ਤੱਕ ਆਪਾਂ 20 ਪੌੜੀਆਂ ਸਰਵਣ ਕਰ ਚੁੱਕੇ ਸਾਂ ਤੇ ਅੱਜ 21ਵੀਂ ਪੌੜੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਆਪਾਂ ਪ੍ਰੇਮ ਸਹਿਤ ਸਰਵਣ ਕਰੀਏ। ਜੀ ਕੋ ਸਿੱਖ ਗੁਰ ਸਿੱਖੀ ਸਨਮੁਖ ਹੋਵੇ। ਸਨਮੁਖ, ਜਿਹੜਾ ਗੁਰਮੁਖ, ਸਨਮੁਖ, ਮਨਮੁਖ, ਬੇਮੁਖੀਆ। ਜਿਹੜਾ ਸਨਮੁਖ ਹੈ ਉਹ ਹੁੰਦਾ ਹੈ ਗੁਰਮੁਖ, ਜਿਹੜਾ ਗੁਰਾਂ ਦੇ ਅਨੁਸਾਰੀ ਹੋ ਕਰਕੇ
ਗੁਰਾਂ ਦੇ ਆਖੇ ਹੋਏ ਬਚਨਾਂ ਤੇ ਪਹਿਰਾ ਦਿੰਦਾ ਹੈ ਕਰੜਿਆਈ ਦੇ ਨਾਲ, ਉਹ ਹੈ ਸਨਮੁਖ। ਤੇ ਜਿਹੜਾ ਹੈ ਮਨਮੁਖ, ਉਹ ਹੈ ਵੇਮੁਖ। ਜਿਹੜਾ ਆਪਣੇ ਮਨ ਦੇ ਮਗਰ ਚੱਲਦਾ ਹੈ, ਮਨ ਆਈਆਂ ਕਰਦਾ ਹੈ, ਮਨ ਕਹਿੰਦਾ ਹੈ ਨਾ ਰਸ ਚਾਹੀਦਾ ਹੈ ਮਨ ਨੂੰ, ਉਹ ਰਸ ਭੋਗਣ ਦੀ ਫਿਰ ਮਨ ਦੇ ਮਗਰ ਲੱਗ ਕੇ ਸਤਿਗੁਰਾਂ ਦੇ ਕਹੇ ਤੋਂ ਉਲਟ ਫਿਰ ਰਸਾਂ ਦੇ ਭੋਗਣ ਵਿੱਚ ਜਾਂਦਾ ਹੈ, ਉਹ ਹੈ ਵੇਮੁਖ। ਉਹ ਸਤਿਗੁਰਾਂ ਤੋਂ ਵੇਮੁਖ ਹੈ, ਮੁਖ ਪਾਸੇ ਫੇਰਿਆ ਹੋਇਆ ਹੈ ਉਹਨਾਂ ਨੇ। ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਹਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜਿਹੜਾ ਸਤਿਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ ਨਾ, ਜੀਵ ਤਾਂ ਕਹਿੰਦੇ ਹਾਂ ਕਿ ਮੈਂ ਸਨਮੁਖ ਹਾਂ, ਆਪਾਂ ਸਾਰੇ ਹੀ ਕਹਿੰਦੇ ਹਾਂ ਕਿ ਅਸੀਂ ਬੜਾ ਸਤਿਗੁਰਾਂ ਦਾ ਹੁਕਮ ਮੰਨਦੇ ਹਾਂ, ਸਤਿਗੁਰਾਂ ਦੇ ਕਹੇ ਅਨੁਸਾਰ ਅਸੀਂ ਰਹਿਤ ਬਹਿਤ ਰੱਖਦੇ ਹਾਂ, ਪਰ ਸਤਿਗੁਰੂ ਇੱਥੇ ਲੱਛਣ ਦੱਸ ਰਹੇ ਹਨ ਕਿ ਸਨਮੁਖ ਕੌਣ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਸਤਿਗੁਰਾਂ ਦੇ ਸੇਤੀ ਜੇਕਰ ਕੋਈ ਸਨਮੁਖ ਹੋਣਾ ਚਾਹਵੇ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੇ ਕੋਈ ਹੋਣਾ ਚਾਹਵੇ ਸਤਿਗੁਰਾਂ ਦੇ ਸਨਮੁਖ, ਜੇ ਕੋਈ ਹੋਣਾ ਚਾਹਵੇ ਗੁਰਮੁਖ ਹੋਣਾ ਚਾਹਵੇ, ਗੁਰਮੁਖਤਾ ਹੀ ਪ੍ਰਾਪਤ ਕਰਨਾ ਚਾਹਵੇ, ਜਿਹੜਾ ਫਿਰ ਉਹ ਕੀ ਕਰੇ, ਇਹੋ ਰਹਿ ਗੁਰ ਨਾਲੇ। ਉਹਨੂੰ ਇਹੀ ਕਰਨਾ ਚਾਹੀਦਾ ਹੈ ਕਿ ਆਪਣੇ ਹਿਰਦੇ ਨਾਲ ਜੀਓ, ਹਿਰਦੇ ਤੋਂ ਰਹਿ ਗੁਰ ਨਾਲੇ, ਸਤਿਗੁਰਾਂ ਦੇ ਨਾਲ ਰਹਿਣਾ ਚਾਹੀਦਾ ਹੈ ਉਸ ਨੂੰ ਹਰ ਵਕਤ। ਭਾਵ ਹਰ ਵਕਤ ਪਰਮੇਸ਼ਰ ਦਾ, ਸਤਿਗੁਰਾਂ ਨੂੰ ਆਪਣੇ ਨਾਲ ਅੰਗ ਸੰਗ ਜਾਣਨਾ ਚਾਹੀਦਾ ਹੈ, ਉਸ ਨੂੰ ਹਰ ਵਕਤ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ, ਹਰ ਵਕਤ ਪਰਮੇਸ਼ਰ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਇਹ ਜੀਵ ਤੂੰ ਚਾਹਣਾ ਹੈ ਕਿ ਤੂੰ ਵੀ ਸਨਮੁਖ ਹੋਵੇਂ, ਤੂੰ ਵੀ ਗੁਰਮੁਖ ਹੋ ਜਾਵੇ। ਇਸੇ ਪ੍ਰਕਾਰ ਜਿਹੜੇ ਸਨਮੁਖ ਹੁੰਦੇ ਹਨ, ਸਤਿਗੁਰਾਂ ਦੇ ਗੁਰਮੁਖ ਹੁੰਦੇ ਹਨ, ਉਹ ਜੀਓ ਰਹਿ ਗੁਰ ਨਾਲੇ। ਇਹ ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਆਪਦੇ ਹਿਰਦੇ ਅੰਦਰ ਤੋਂ, ਆਪਣੇ ਅੰਦਰੋਂ ਉਹ ਸਤਿਗੁਰਾਂ ਦੇ ਨਾਲ ਜੁੜੇ ਹੀ ਰਹਿੰਦੇ ਹਨ, ਹਰ ਵਕਤ ਪਰਮੇਸ਼ਰ ਨੂੰ ਯਾਦ ਰੱਖਦੇ ਹਨ, ਤੇ ਹਰ ਵਕਤ ਉਹ ਪਰਮੇਸ਼ਰ ਨੂੰ ਭੁੱਲਦੇ ਨਹੀਂ ਖਿਨ ਮਾਤਰ ਵੀ। ਗੁਰ ਕੇ ਚਰਨ ਹਿਰਦੈ ਧਿਆਏ। ਤੇ ਇਹ ਜੀਵ ਜੇ ਤੂੰ ਚਾਹਣਾ ਹੈ ਤੂੰ ਵੀ ਸਨਮੁਖ ਹੋ ਜਾਵੇਂ ਸਤਿਗੁਰਾਂ ਦੇ, ਤੂੰ ਵੀ ਇਹ ਕਰ, ਗੁਰ ਕੇ ਚਰਨ ਹਿਰਦੈ ਧਿਆਏ। ਸਤਿਗੁਰਾਂ ਦੇ ਜਿਹੜੇ ਚਰਨ ਕਮਲ ਹਰਣਾ, ਉਹਨਾਂ ਨੂੰ ਤੂੰ ਆਪਣੇ ਹਿਰਦੇ ਅੰਦਰ ਧਿਆਉਣਾ ਕਰ, ਉਹਨਾਂ ਦਾ ਸਿਮਰਨ ਕਰ ਹਰ ਵਕਤ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੈ, ਇਸ ਨੂੰ ਹਰ ਵਕਤ ਹੀ ਸਿਮਰਦਾ ਰਹਿ। ਸਿਮਰੇਗਾ ਤੇਰੇ ਮਨ ਦੀ ਮੈਲ ਵੀ ਸੜੇਗੀ, ਹੌਲੀ ਹੌਲੀ ਸਹਿਜੇ ਸਹਿਜੇ ਇਹ ਕਾਰਜ ਇਹ ਵਾਪਰੇਗਾ, ਮੈਲ ਸੜੇਗੀ ਤੇਰੀ ਸਿਮਰਨ ਦੇ ਨਾਲ, ਫਿਰ ਮਨ ਟਿਕਣ ਲੱਗ ਜਾਵੇਗਾ ਸਿਮਰਨ ਦੇ ਅੰਦਰ, ਤੇ ਫਿਰ ਤੂੰ ਸਨਮੁਖ ਹੋ ਜਾਵੇਂਗਾ ਸਤਿਗੁਰਾਂ ਦੇ, ਤੂੰ ਗੁਰਮੁਖ ਹੋ ਜਾਵੇਂਗਾ। ਗੁਰਸਿੱਖੀ ਬਾਰੀਕ ਹੈ, ਇਹ ਕੋਈ ਬਰੀਕ ਸਿੱਖੀ ਹੈ ਨਾ ਜਿਹੜੀ, ਇਹ ਪ੍ਰਾਪਤ ਹੋ ਜਾਵੇਗੀ ਤੈਨੂੰ। ਫਿਰ ਕੀ ਕਰ, ਗੁਰ ਕੇ ਚਰਨ ਹਿਰਦੈ ਧਿਆਏ, ਉਸ ਪਰਮੇਸ਼ਰ ਦੇ ਚਰਨ, ਵਾਹਿਗੁਰੂ ਸਤਿਗੁਰਾਂ ਦੇ ਚਰਨ ਕਮਲ ਆਪਣੇ ਹਿਰਦੇ ਅੰਦਰ ਤੋਂ ਧਿਆਉਣਾ ਕਰ ਹਰ ਵਕਤ। ਅੰਤਰ ਆਤਮੈ ਸੰਭਾਲੇ। ਤੇ ਉਹਨਾਂ ਨੂੰ ਅੰਤਰ ਆਤਮੇ ਆਪਣੇ ਹਿਰਦੇ ਅੰਦਰ ਸੰਭਾਲੇ, ਉਹਨਾਂ ਨੂੰ ਸੰਭਾਲ। ਕਿਉਂਕਿ ਕਿਸੇ ਵਕਤ ਆਪਾਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਮੁਖ ਤੋਂ ਉਚਾਰਨ ਹੁੰਦਾ ਹੈ, ਪਤਾ ਹੀ ਨਹੀਂ ਲੱਗਦਾ ਕਿ ਇਸ ਵੇਲੇ ਸੰਪੂਰਨ ਹੋ ਗਿਆ, ਕਿਉਂਕਿ ਅੰਦਰੋਂ ਜੁੜੇ ਨਹੀਂ ਹੁੰਦੇ ਉਸ ਦੇ ਨਾਲ। ਅੰਤਰ ਆਤਮੈ ਉਹ ਪਾਠ ਨਹੀਂ ਹੁੰਦਾ, ਉਹ ਕੇਵਲ ਮੁਖ ਤੋਂ ਹੀ ਹੋ ਜਾਂਦਾ ਹੈ। ਇਸ ਕਾਰਨ ਕਰਕੇ ਸਤਿਗੁਰੂ ਫਰਮਾਉਂਦੇ ਅੰਤਰ ਆਤਮੈ ਸੰਭਾਲੇ, ਤੂੰ ਆਪਣਾ ਮਨ ਲਗਾ ਕਰਕੇ ਤੇ ਅੰਦਰ ਆਤਮੈ ਸਤਿਗੁਰਾਂ ਨੂੰ ਹਰ ਵਕਤ ਆਪਣੇ ਮਨ ਦੇ ਅੰਦਰ ਵਸਾ ਕਰਕੇ ਰੱਖ। ਆਪ ਛੱਡ ਸਦਾ ਹੈ ਪਤਨੀ। ਜਿਹੜਾ ਸਤਿਗੁਰ ਫਰਮਾਉਂਦੇ ਹਨ ਅੰਤਰ ਆਤਮੈ ਸੰਭਾਲੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮਨ ਦੇ ਨਾਲ ਹਰ ਕਾਰਜ ਕਰਨਾ ਹੈ। ਜਿਹਵਾ ਲੇਖਣ, ਜਿਹੜੀ ਜਿਹਵਾ ਹੈ ਉਸ ਨੂੰ ਤੂੰ ਲਿਖਣ ਵਾਲੀ ਕਲਮ ਬਣਾ ਲੈ ਜੇਕਰ, ਤੇ ਲਿਖੇ ਤੋਂ ਪਰਮੇਸ਼ਰ ਦਾ ਨਾਮ ਕਿਵੇਂ ਲਿਖਣਾ ਹੈ, ਸਿਮਰ ਸਿਮਰ ਕੇ ਪਰਮੇਸ਼ਰ ਦਾ ਨਾਮ ਲਿਖੀ ਜਾਣਾ ਹੈ। ਪਰ ਜੇਕਰ ਸਾਧ ਸੰਗਤ ਉਹ ਕਲਮ ਨੂੰ ਆਪਾਂ ਸਿਆਹੀ ਦੇ ਵਿੱਚ ਨਾ ਡਬੋਈਏ ਤਾਂ ਕਾਗਜ਼ ਤੇ ਕੁਝ ਲਿਖਿਆ ਨਹੀਂ ਜਾਂਦਾ, ਉਹ ਆਪਣਾ ਲਿਖਿਆ ਉਹਦੇ ਉੱਪਰ ਉੱਕਰਦਾ ਨਹੀਂ ਕਾਗਜ਼ ਦੇ ਉੱਪਰ। ਤੇ ਇਸ ਕਰਕੇ ਸਤਿਗੁਰੂ ਫਰਮਾਉਂਦੇ ਹਨ ਮਨ ਮਸਵਾਣੀ ਧਾਰ, ਜਿਹੜਾ ਮਨ ਹੈ ਇਸ ਨੂੰ ਤੂੰ ਸ਼ਾਹੀ ਬਣਾ ਕਰਕੇ, ਲਲਤਾ ਲੇਖਣ ਸੱਚ ਕੀ ਹਰ ਜਸ ਲਿਖੋ ਉਪਾਰ। ਤੇ ਲਲਤਾ ਜਿਹੜੀ ਜ਼ਬਾਨ ਹੈ ਇਹਨੂੰ ਤੂੰ ਲਿਖਣ ਵਾਲੀ ਕਲਮ ਬਣਾ, ਤੇ ਜਿਹੜਾ ਮਨ ਹੈ ਇਸ ਨੂੰ ਤੂੰ ਸ਼ਾਹੀ ਬਣਾ ਕਰਕੇ ਜਦੋਂ ਲਿਖੇਗਾ ਨਾ ਪਰਮੇਸ਼ਰ ਦਾ ਨਾਮ, ਫਿਰ ਉਹ ਤੇਰੇ ਹਿਰਦੇ ਉੱਪਰ ਉਕਰਿਆ ਜਾਵੇਗਾ, ਤੇ ਫਿਰ ਦਰਗਾਹ ਦੇ ਅੰਦਰ ਉਹੀ ਦਿਸੇਗਾ ਲਿਖਿਆ ਹੋਇਆ ਹਰ ਪਰਮੇਸ਼ਰ ਦਾ ਨਾਮ। ਤੇ ਜੇਕਰ ਸ਼ਾਹੀ ਨਾ ਲਾਈ ਤੇ ਉਹ ਫਿਰ ਲਿਖਿਆ ਨਹੀਂ ਜਾਣਾ, ਹਲ ਤਾਂ ਉਹਦਾ ਵੀ ਹੋ ਜਾਵੇਗਾ ਪਰ ਉਹ ਲਿਖਿਆ ਨਹੀਂ ਜਾਣਾ, ਕਬੂਲ ਨਹੀਂ ਪੈਣਾ। ਇਸ ਕਰਕੇ ਤੂੰ ਕੀ ਕਰ, ਅੰਤਰ ਆਤਮੈ ਸੰਭਾਲੇ, ਆਪਣੇ ਅੰਤਰ ਆਤਮੇ ਪਰਮੇਸ਼ਰ ਨੂੰ ਸੰਭਾਲਣਾ ਕਰ। ਪਾਠ ਕਰਦੇ ਵਕਤ, ਸਿਮਰਨ ਕਰਦੇ ਵਕਤ ਤੂੰ ਆਪਣਾ ਮਨ ਵੀ ਉਸ ਦੇ ਨਾਲ ਲਗਾ ਕੇ ਰੱਖ। ਆਪ ਛੱਡ ਸਦਾ ਰਹਿ ਪਰਣੈ,
ਤੂੰ ਆਪ ਛੱਡ, ਆਪਣਾ ਆਪਾ ਛੱਡ ਕੇ, ਆਪਣੀ ਹਉਮੈ ਛੱਡ ਕੇ ਕਿ ਮੈਂ ਕਰਦਾ ਹਾਂ, ਮੇਰੇ ਪਾਸ ਇਤਨੇ ਗੁਣ ਹਨ, ਮੈਂ ਇਤਨਾ ਪਾਠ ਕਰਦਾ ਹਾਂ, ਮੈਂ ਨਿਤਨੇਮੀ ਹਾਂ। ਇਹ ਤੂੰ ਆਪ ਛੱਡ, ਆਪਦਾ ਆਪਾ ਛੱਡ ਦੇ ਤੇ ਸਤਿਗੁਰਾਂ ਨੂੰ ਅਰਪਣ ਕਰਕੇ ਆਪਦਾ ਆਪਾ ਤਨ ਮਨ ਧਨ ਸਭ ਸੌਂਪ ਗੁਰੂ ਕਉ। ਆਪਣਾ ਤਨ ਵੀ ਤਾਂ ਆਪਣਾ ਮਨ ਵੀ ਅਰਪਣ ਕਰਕੇ ਸਤਿਗੁਰਾਂ ਨੂੰ ਸਦਾ ਰਹਿ ਪਰਣੈ। ਤੂੰ ਆਪ ਛੱਡ, ਆਪਦਾ ਆਪਾ ਛੱਡ ਕੇ ਸਦਾ ਰਹਿ ਪਰਣੈ। ਪਰਮੇਸ਼ਰ ਦੇ ਪਰਣੇ ਆਸਰੇ ਦੇ ਉੱਪਰ, ਉਹਦੇ ਆਸਰੇ ਤੇ ਤੂੰ ਰਹਿਣਾ ਕਰ। ਉਸ ਦੇ ਨਾਮ ਦਾ ਆਧਾਰ ਤੂੰ ਪ੍ਰਵਾਨ ਕਰ ਲੈ, ਉਸ ਦੇ ਨਾਮ ਦੇ ਆਧਾਰ ਤੇ ਤੂੰ ਰਹਿਣਾ ਕਰ, ਆਪਣਾ ਆਪਾ ਛੱਡ ਦੇ। ਬਿਨ ਅਵਰ ਨ ਜਾਣੈ ਕੋਈ, ਤੇ ਗੁਰੂ ਤੋਂ ਬਿਨਾ, ਸੱਚੇ ਸਤਿਗੁਰਾਂ ਤੋਂ ਬਿਨਾ ਅਵਰ ਨਾ ਜਾਣੈ ਕੋਈ। ਕਿਸੇ ਹੋਰ ਨੂੰ ਤੂੰ ਕੁਛ ਜਾਣਨਾ ਨਾ ਕਰ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ ਨਾ, ਮੈਂ ਨਾ ਗਨੇਸੈ ਪ੍ਰਿਥਮ ਮਨਾਉ, ਕਿਸਨ ਬਿਸਨ ਕਬਹੁ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿਨ ਸੋ। ਸਤਿਗੁਰੂ ਫਰਮਾਉਂਦੇ ਮੈਂ ਇਹਨਾਂ ਦੇਵਤਿਆਂ ਬਾਰੇ ਆਪਦੇ ਕੰਨਾਂ ਨਾਲ, ਸਾਡੇ ਕੰਨਾਂ ਨੇ ਤਾਂ ਸੁਣਿਆ ਹੈ, ਪਰ ਮੇਰੀ ਉਹਨਾਂ ਦੇ ਨਾਲ ਕੋਈ ਜਾਣ ਪਛਾਣ ਖਾਸੀ ਨਹੀਂ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਗੁਰ ਬਿਨ ਅਵਰ ਨਾ ਜਾਣੈ ਕੋਈ। ਤੂੰ ਕਿਸੇ ਹੋਰ ਨੂੰ ਜਾਣ ਹੀ ਨਾ, ਕਿਸੇ ਨੂੰ ਤੂੰ ਜਾਣਨਾ ਕਰ, ਗੁਰੂ ਜਾਣਨਾ ਨਾ ਕਰ। ਗੁਰੂ ਤੋਂ ਬਿਨਾਂ ਕੇਵਲ ਗੁਰੂ ਨੂੰ ਹੀ ਜਾਣ, ਸਤਿਗੁਰਾਂ ਪਾਸ ਹੀ ਉਹਨਾਂ ਦੇ ਨਾਲ ਸਦਾ ਰਹਿਣਾ ਕਰ। ਤੇ ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਦੰਭੀ ਪਖੰਡੀ ਤੇ ਡੇਰੇ ਤੇ ਜਾ ਕਰਕੇ, ਕਬਰਾਂ ਦੇ ਜਾ ਕਰਕੇ ਤੂੰ ਆਪਣੀਆਂ ਮਨੋਕਾਮਨਾਵਾਂ ਉੱਥੇ ਨਾ ਪ੍ਰਗਟ ਕਰ, ਉੱਥੇ ਤੈਨੂੰ ਹਾਸਲ ਕੱਖ ਨਹੀਂ ਹੋਣਾ। ਕੇਵਲ ਦਾਤਾ ਤਾਂ ਪਰਮੇਸ਼ਰ ਦੇ ਸਤਿਗੁਰਾਂ ਦੇ ਦਰ ਤੋਂ ਹੀ ਪ੍ਰਾਪਤ ਹੋਣੀਆਂ ਹਨ ਨਾ। ਇਸ ਕਰਕੇ ਸਤਿਗੁਰ ਫਰਮਾਉਂਦੇ ਆ, ਗੁਰ ਬਿਨ ਅਵਰ ਨਾ ਜਾਣੈ ਕੋਈ। ਤੂੰ ਹੋਰ ਕਿਸੇ ਨੂੰ ਜਾਣਨਾ ਹੀ ਨਾ ਕਰ ਸਤਿਗੁਰਾਂ ਤੋਂ ਬਿਨਾਂ। ਕਹਿ ਨਾਨਕ ਸੁਖੋ ਸੰਤੋ। ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾ ਰਹੇ ਹਨ, ਹੇ ਸੰਤ ਜਨੋ, ਹੇ ਸਤ ਸੰਗੀ ਸੱਜਣੋ ਸੁਣੋ। ਸੋ ਸਿੱਖ ਸਨਮੁਖ ਹੋਵੇ, ਉਹੀ ਸਿੱਖ ਜਿਹੜਾ ਹੈ ਸਨਮੁਖ ਹੁੰਦਾ ਹੈ। ਉੱਪਰ ਦੱਸ ਕੇ ਆਏ ਹਨ ਜਿਹੜਾ, ਇਹਨੂੰ ਕਹਿੰਦੇ ਹਨ ਸਨਮੁਖ, ਇਹਨੂੰ ਕਹਿੰਦੇ ਹਨ ਗੁਰਮੁਖ। ਇਹ ਹੈ ਗੁਰਮੁਖ ਕਿਹੜਾ, ਜਿਹੜਾ ਜੀਉ ਰਹਿ ਗੁਰ ਨਾਲੇ, ਜਿਹੜਾ ਸਤਿਗੁਰਾਂ ਦੇ ਨਾਲ ਹਰ ਵਕਤ ਰਹਿੰਦਾ ਹੈ ਤੇ ਹਰ ਵਕਤ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤੇ ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਜਾਣਦਾ ਹੀ ਨਹੀਂ। ਸਤਿਗੁਰਾਂ ਨੂੰ ਹੀ ਸ੍ਰੇਸ਼ਟ ਜਾਣਦਾ ਕਰਕੇ ਸਤਿਗੁਰਾਂ ਪਾਸ ਹੀ ਦੋਏ ਕਰ ਜੋੜ ਬੇਨਤੀਆਂ ਕਰਦਾ ਹੈ। ਸਤਿਗੁਰਾਂ ਪਾਸ ਹਰ ਪ੍ਰਕਾਰ ਦੀਆਂ ਬੇਨਤੀਆਂ, ਇਹ ਹੈ ਸਨਮੁਖ। ਸਤਿਗੁਰੂ ਫਰਮਾਉਂਦੇ ਹਨ, ਜੇ ਕੋ ਗੁਰ ਤੇ ਮੁਖ ਹੋਵੇ। ਤੇ ਸਤਿਗੁਰੂ ਫਰਮਾਉਣ ਲੱਗੇ ਕਿ ਜੇ ਕੋਈ ਗੁਰ ਤੇ ਸਤਿਗੁਰਾਂ ਪਾਸੋਂ ਵੇਮੁਖ ਹੋਵੇ, ਵੇਮੁਖ ਹੋ ਜਾਵੇ, ਮਨਮੁਖ ਆਪਣੇ ਮਨ ਦੇ ਮਗਰ ਲੱਗ ਕਰਕੇ ਤੇ ਸਤਿਗੁਰਾਂ ਤੋਂ ਮੂੰਹ ਫੇਰ ਲਵੇ, ਸਤਿਗੁਰਾਂ ਦਾ ਬਚਨ ਜੇਕਰ ਕੋਈ ਨਾ ਮੰਨੇ, ਬਿਨ ਸਤਿਗੁਰ ਮੁਕਤ ਨ ਪਾਵੈ। ਮੁਕਤ ਨਾ ਪਾਵੈ, ਉਸ ਨੂੰ ਫਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ। ਵੇਮੁਖ ਹੋ ਕਰਕੇ ਬਿਨ ਸਤਿਗੁਰ, ਸਤਿਗੁਰਾਂ ਤੋਂ ਬਿਨਾਂ ਜੇਕਰ ਕਿਤੇ ਹੋਰ ਲੱਗ ਗਿਆ ਨਾ ਉਹ ਜੀਵ, ਜਾ ਕਰਕੇ ਆਪਣੀਆਂ ਆਸਾਂ ਮੁਰਾਦਾਂ ਕਿਤੇ ਹੋਰ ਟਿਕਾ ਲਈਆਂ ਉਸਨੇ, ਫਿਰ ਮੁਕਤ ਨਾ ਪਾਵੇ, ਉਸ ਨੂੰ ਮੁਕਤੀ ਦੀ ਦਾਤ ਨਹੀਂ ਮਿਲ ਸਕਦੀ। ਕਿਉਂਕਿ ਕਬੀਰ ਸਾਹਿਬ ਫਰਮਾਉਂਦੇ ਹਨ ਨਾ, ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਇਹ ਤੈਨੂੰ ਨਰਕ ਤੇ ਸੁਰਗ ਦੋਵਾਂ ਚੋਂ ਹੀ ਕੱਢ ਕਰਕੇ ਪਰਮੇਸ਼ਰ ਦੇ ਸੱਚਖੰਡ ਦੇ ਅੰਦਰ ਤੈਨੂੰ ਟਿਕਾਣਾ ਮਿਲ ਜਾਵੇਗਾ। ਕਿਵੇਂ? ਸਤਿਗੁਰ ਕੈ ਪ੍ਰਸਾਦ। ਸੱਚੇ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਬਖਸ਼ਿਸ਼ ਹੋਵੇਗੀ। ਇਸ ਕਰਕੇ ਸਤਿਗੁਰ ਫਰਮਾਉਂਦੇ ਹਨ, ਬਿਨ ਸਤਿਗੁਰ ਮੁਕਤ ਨਾ ਪਾਵੈ। ਸੱਚੇ ਸਤਿਗੁਰਾਂ ਤੋਂ ਬਿਨਾਂ ਇਹ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਪਾਵੈ ਮੁਕਤ ਨ ਹੋਰ ਥੈ ਕੋਈ ਹੋਰ ਥੈ ਕੋਈ, ਜਿਹੜੀ ਮੁਕਤੀ ਦੀ ਦਾਤ ਪ੍ਰਾਪਤ ਕਰਨੀ ਹੈ ਨਾ, ਪਾਵੈ ਮੁਕਤ ਨਾ ਹੋਰ ਥੈ ਕੋਈ। ਸਤਿਗੁਰਾਂ ਤੋਂ ਬਿਨਾਂ ਹੋਰ ਥਾਵਾਂ ਦੇ ਉੱਪਰ ਜਾ ਕਰਕੇ ਜੇਕਰ ਆਪਾਂ ਮੁਕਤੀ ਦੀ ਦਾਤ ਮੰਗਦੇ ਹਾਂ ਅਥਵਾ ਜਾਂ ਕੋਈ ਹੋਰ ਦੁਨਿਆਵੀ ਦਾਤਾਂ ਵੀ ਮੰਗਦੇ ਹਾਂ ਨਾ ਪਾਵੈ ਨਾ ਹੋਰ ਥੈ ਕੋਈ, ਹੋਰ ਕਿਤੇ ਥਾਂ ਤੋਂ ਵੀ ਉਹ ਦਾਤਾਂ ਪ੍ਰਾਪਤ ਨਹੀਂ ਹੋ ਸਕਦੀਆਂ ਸਤਿਗੁਰਾਂ ਤੋਂ ਬਿਨਾਂ। ਵਿਵੇਕੀਆ ਜਾਈ। ਪੁੱਛੋ, ਤੁਸੀਂ ਭਾਵੇਂ ਪੁੱਛ ਕਰਕੇ ਵੇਖ ਲਓ, ਵਿਵੇਕੀਆ ਜਿਹੜੇ ਸਿਆਣੇ ਮਨੁੱਖ, ਸਤ ਸੰਗੀ ਜਿਹੜੇ ਸਾਧੂ ਸੱਜਣ ਹਨ ਨਾ, ਪੁੱਛੋ ਵਿਵੇਕੀਆ ਜਾਏ, ਉਹਨਾਂ ਨੂੰ ਜਾ ਕਰਕੇ ਪੁੱਛ ਲਓ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੀ ਮੁਕਤੀ ਦੀ ਦਾਤ ਅਥਵਾ ਸਾਰੀਆਂ ਦਾਤਾਂ ਹਨ ਨਾ, ਉਹ ਸੱਚੇ ਸਤਿਗੁਰਾਂ ਪਾਸੋਂ ਹੀ ਪ੍ਰਾਪਤ ਹੁੰਦੀਆਂ ਹਨ। ਅਨੇਕ ਜੂਨੀ ਭਰਮ ਆਵੈ। ਭਾਵੇਂ ਉਹ ਜੀਵ ਅਨੇਕਾਂ ਜੂਨਾਂ ਦੇ ਅੰਦਰ, 84 ਲੱਖ ਜੂਨਾਂ ਦੇ ਅੰਦਰ ਭਾਵੇਂ ਉਹ ਭਰਮ ਕਰਕੇ ਫਿਰ ਕਰਕੇ ਆ ਜਾਵੇ, ਸਤਿਗੁਰ ਮੁਕਤ ਨ ਪਾਈ। ਵਿਣ ਸਤਿਗੁਰ, ਪਰ ਸੱਚੇ ਸਤਿਗੁਰਾਂ ਤੋਂ ਬਿਨਾਂ ਉਸ ਨੂੰ ਮੁਕਤੀ ਹਾਸਲ ਨਹੀਂ ਹੋ ਸਕਦੀ। ਭਾਵੇਂ 84 ਲੱਖ ਜੂਨਾਂ ਅੰਦਰ ਫਿਰ ਕਰਕੇ ਜਦੋਂ ਵੀ ਉਹਨੂੰ ਮੁਕਤੀ ਪ੍ਰਾਪਤ ਹੋਵੇਗੀ ਤਾਂ ਕੇਵਲ ਸਤਿਗੁਰਾਂ ਦੇ ਚਰਨਾਂ ਵਿੱਚ ਲੱਗ ਕਰਕੇ ਹੀ। ਫਿਰ ਮੁਕਤ ਪਾਈ ਲਾਗ ਜਨੀ। ਹੁਣ ਸਤਿਗੁਰੂ ਬਖਸ਼ਿਸ਼ ਕਰੋ, ਜਿਹੜੇ ਬੇਮੁਖ ਹੋ ਚੁੱਕੇ ਹਨ,
ਜਿਹੜੇ ਸਤਿਗੁਰਾਂ ਤੋਂ ਬੇਮੁਖ ਹੋ ਕਰਕੇ ਆਪਣੀਆਂ ਮਨ ਆਈਆਂ ਕਰਦੇ ਹਨ, ਸ਼ਰਾਬ ਕਬਾਬ ਦੇ ਆਦੀ ਹੋਏ ਹਨ, ਕੇਸ ਕਤਲ ਕਰਾਉਂਦੇ ਹਨ, ਰਹਿਤ ਮਰਿਆਦਾ ਦੱਸੀ ਹੋਈ ਜਿਹੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਸਿੱਖੀ ਦੀ ਚਲਾਈ ਹੈ ਪਿਰਤ, ਜਿਹੜੇ ਉਸ ਤੋਂ ਬੇਮੁਖ ਹੋ ਕਰਕੇ ਤੇ ਆਪਣੀਆਂ ਮਨ ਆਈਆਂ ਕਾਰਨ ਸਤਿਗੁਰਾਂ ਤੋਂ ਬੇਮੁਖ ਹੋ ਚੁੱਕੇ ਹਨ। ਸਤਿਗੁਰੂ ਕਿਰਪਾ ਕਰੋ, ਉਹ ਕਿਵੇਂ ਸਨਮੁਖ ਹੋਣ? ਸਤਿਗੁਰੂ ਬਖਸ਼ਿਸ਼ ਕਰਦੇ ਹਨ, ਫਿਰ ਮੁਕਤ ਪਾਏ ਲਾਗ ਚਰਣੀ। ਉਹ ਜਿਹੜੇ ਬੇਮੁਖ ਹੋ ਚੁੱਕੇ ਹਨ ਨਾ, ਉਹਨਾਂ ਦੀ ਸਨਮੁਖਤਾ ਹੀ, ਉਹਨਾਂ ਦੀ ਮੁਕਤੀ ਕੇਵਲ ਇਸੇ ਤਰ੍ਹਾਂ ਹੀ ਹੋਵੇਗੀ, ਲਾਗ ਚਰਣੀ। ਸਤਿਗੁਰਾਂ ਦੀ ਚਰਣੀ ਲੱਗ ਕਰਕੇ, ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਕੇ ਉਹ ਮੁਕਤੀ ਹਾਸਲ ਕਰ ਸਕਦੇ ਹਨ। ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੇ ਨਾਲ, ਸਤਿਗੁਰਾਂ ਦੀ ਦੱਸੀ ਹੋਈ ਰਹਿਤ ਮਰਿਆਦਾ ਦ੍ਰਿੜ ਕਰਨ ਦੇ ਨਾਲ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਨਾਲ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਆਪਣੇ ਘਰ ਵਾਪਸ ਆਉਣ ਦੇ ਨਾਲ, ਆਨੰਦਪੁਰ ਸਾਹਿਬ ਘਰ ਵਾਪਸੀ ਕਰਨ ਦੇ ਨਾਲ ਉਹਨਾਂ ਦੀ ਮੁਕਤੀ ਹੋਵੇਗੀ। ਫਿਰ ਗੁਰੂ ਸ਼ਬਦ ਸੁਨਾਏ। ਸਤਿਗੁਰੂ ਸਾਹਿਬ ਜਿਹੜਾ ਸ਼ਬਦ ਆਪਣਾ ਉਪਦੇਸ਼ ਸੁਣਾਉਂਦੇ ਹਨ ਨਾ ਹਰ ਵਕਤ, ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਹਵੈ। ਇਹ ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਇਹ ਸੁਣਾਉਂਦੇ ਹਨ ਸਤਿਗੁਰੂ, ਉਸ ਨੂੰ ਮੰਨ ਕਰਕੇ ਇਹ ਜੀਵ ਮੁਕਤ ਹੋ ਸਕਦਾ ਹੈ। ਕਹਿ ਨਾਨਕ ਵਿਚਾਰ ਦੇਖੋ। ਸਤਿਗੁਰੂ ਨਾਨਕ ਸਾਹਿਬ ਫਰਮਾ ਰਹੇ ਹਨ, ਵਿਚਾਰ ਦੇਖੋ, ਇਹ ਤੁਸੀਂ ਵਿਚਾਰ ਕਰਕੇ ਦੇਖ ਲਵੋ ਸਤਿਗੁਰ ਮੁਕਤ ਨਾ ਪਾਈ, ਕਿ ਸੱਚੇ ਸਤਿਗੁਰਾਂ ਤੋਂ ਬਿਨਾਂ ਇਹ ਮੁਕਤੀ ਦੀ ਜਿਹੜੀ ਦਾਤ ਹੈ ਨਾ, ਇਹ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਦੀ ਦਾਤ, ਇਹ ਗ੍ਰਹਿ ਕਲੇਸ਼ ਅਤੇ ਅਨੇਕਾਂ ਹੀ ਦੁੱਖਾਂ ਕਸ਼ਟਾਂ ਤੋਂ ਜਿਹੜੀ ਮੁਕਤੀ ਦੀ ਦਾਤ ਹੈ, ਉਹ ਕੇਵਲ ਤਾਂ ਕੇਵਲ ਸਤਿਗੁਰਾਂ ਪਾਸੋਂ ਹੀ ਪ੍ਰਾਪਤ ਹੋਵੇਗੀ। ਹੋਰ ਕਿਸੇ ਥਾਂ ਤੋਂ, ਹੋਰ ਕਿਸੇ ਡੇਰੇ ਤੇ ਜਾ ਕਰਕੇ ਇਹ ਦਾਤ ਪ੍ਰਾਪਤ ਨਹੀਂ ਹੋ ਸਕਦੀ। ਆਵੋ ਸਿੱਖ ਸਤਿਗੁਰ ਕੇ ਪਿਆਰ। ਇਸ ਕਰਕੇ ਸਤਿਗੁਰੂ ਅੱਗੇ 23ਵੀਂ ਪੌੜੀ ਦੇ ਅੰਦਰ ਫਰਮਾਉਂਦੇ ਹਨ ਕਿ ਜੇਕਰ ਤੂੰ ਬੇਮੁਖ ਹੈ, ਸਨਮੁਖ ਹੋਣਾ ਚਾਹੁੰਦਾ ਹੈ ਸਤਿਗੁਰਾਂ ਦੇ, ਤੂੰ ਕੀ ਕਰ? ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਸਤਿਗੁਰਾਂ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਆਰੇ, ਸਤਿਗੁਰਾਂ ਦੇ ਪਿਆਰੇ ਸਤ ਸੰਗੀ ਜਣੋ, ਆਵੋ ਸੱਚੀ ਬਾਣੀ। ਆਵੋ ਸਤ ਸੰਗਤ ਦੇ ਵਿੱਚ ਆਵੋ। ਆਣ ਕਰਕੇ ਜਿੱਥੇ ਸਤਿਗੁਰਾਂ ਦੀ ਕਥਾ ਹੁੰਦੀ ਹੈ, ਸਤਿਗੁਰਾਂ ਦੀ ਕੀਰਤੀ ਗਾਈ ਜਾਂਦੀ ਹੈ, ਉੱਥੇ ਆਣ ਕਰਕੇ ਕੀ ਕਰੋ? ਗਾਵੋ ਸੱਚੀ ਬਾਣੀ। ਉਸ ਪਰਮੇਸ਼ਰ ਦੀ ਸੱਚੀ ਬਾਣੀ, ਜਿਹੜੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਬਾਣੀ ਗਾਵੋ, ਉਸ ਨੂੰ ਗਾਉਣਾ ਕਰੋ। ਗਾਉਣਾ ਕਿਵੇਂ ਹੈ? ਗੁਰਬਾਣੀ ਪੜ੍ਹਨੀ ਹੈ ਗਾ ਕੇ, ਅਤੇ ਕਥਾ ਕੀਰਤਨ ਸੁਣਨਾ ਹੈ, ਨਾਲ ਨਾਲ ਗਾਉਣਾ ਹੈ। ਸਤਿਗੁਰਾਂ ਦੀ ਆਰਤੀ ਸੰਧਿਆ ਵੇਲੇ ਆਰਤੀ ਆਰਤਾ ਹੁੰਦਾ ਹੈ, ਉਸ ਦੇ ਅੰਦਰ ਆਣ ਕਰਕੇ ਸਤਿਗੁਰਾਂ ਦੀ ਕੀਰਤੀ ਗਾਉਣੀ ਹੈ। ਇਹ ਹੈ ਗਾਵੋ ਸੱਚੀ ਬਾਣੀ। ਬਾਣੀ ਨੂੰ ਗਾਉਣਾ ਕਰੋ ਆਣ ਕਰਕੇ। ਬਾਣੀ ਕਾ ਗਾਵੋ ਗੁਰੂ ਕੇਰੀ, ਜਿਹੜੀ ਬਾਣੀ ਹੈ ਨਾ, ਉਹ ਕੇਵਲ ਗੁਰਾਂ ਦੀ ਹੀ ਬਾਣੀ ਗਾਉਣਾ ਕਰੋ। ਸਤਿਗੁਰਾਂ ਦੀ ਸੱਚੀ ਬਾਣੀ, ਉਸ ਨੂੰ ਹੀ ਗਾਓ। ਬਾਣਿਆ ਸਿਰ ਬਾਣੀ। ਬਾਣੀਆਂ ਸਿਰ ਬਾਣੀ, ਜਿਹੜੀ ਸਿਮਰਤੀ ਬਾਣੀ ਹੈ, ਵੇਦ ਬਾਣੀ ਹੈ, ਬ੍ਰਹਮ ਬਾਣੀ ਆਦਿਕ, ਇਹਨਾਂ ਤੋਂ ਵੀ ਸ੍ਰੇਸ਼ਟ ਬਾਣੀਆਂ ਸਿਰ ਬਾਣੀ, ਜਿਹੜੀ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ ਨਾ, ਉਹ ਹੈ ਸ੍ਰੇਸ਼ਟ, ਉਸ ਨੂੰ ਹੀ ਗਾਉਣਾ ਕਰੋ। ਕਿਉਂਕਿ ਇਹ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ ਨਾ ਕਿ ਜਿਹੜੀ ਸਤਿਗੁਰੂ ਕਿਰਪਾ ਕਰੋ, ਦੱਸੋ ਕਿ ਇਹ ਜਿਹੜੀ ਗੁਰਬਾਣੀ ਤੁਸਾਂ ਨੇ ਰਚਨਾ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਇਹ ਵੇਦਾਂ ਦੇ ਅਨੁਸਾਰ ਹੀ ਹੈ ਕਿ ਵੇਦਾਂ ਦੇ ਉਲਟ ਹੈ? ਤੇ ਉੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕਿ ਨਾ ਤਾਂ ਇਹ ਗੁਰਬਾਣੀ ਵੇਦਾਂ ਦੇ ਅਨੁਸਾਰ ਹੀ ਹੈ, ਨਾ ਹੀ ਵੇਦਾਂ ਦਾ ਵਿਰੋਧ ਦੇ ਅੰਦਰ ਹੈ ਇਹ ਬਾਣੀ। ਸਤਿਗੁਰਾਂ ਨੇ ਉਦਾਹਰਨ ਦਿੱਤੀ ਕਿ ਜਿਸ ਪ੍ਰਕਾਰ ਦੇ ਨਾਲ ਜਲ ਹੁੰਦਾ ਹੈ ਧਰਤੀ ਦੇ ਹੇਠ, ਉਸ ਨੂੰ ਕੱਢਣ ਵਾਸਤੇ ਖੂਹ ਪੱਟਣਾ ਪੈਂਦਾ ਹੈ। ਅੱਜ ਦੇ ਸਮੇਂ ਮੋਟਰਾਂ ਦਾ ਬੋਰ ਹੁੰਦਾ ਹੈ, ਪਾਣੀ ਕੱਢਣ ਵਾਸਤੇ ਮਿਹਨਤ ਲੱਗਦੀ ਹੈ, ਪਰ ਸਤਿਗੁਰੂ ਫਰਮਾਉਂਦੇ ਇੱਕ ਉਹ ਵੀ ਪਾਣੀ ਹੈ ਜਿਹੜਾ ਬੱਦਲ ਉੱਪਰ ਤੁਰੇ ਬਿਨ ਪੱਗਾ ਬਰਸਤ ਫਿਰਾਹੀ, ਜੈਸੇ ਧਰਤੀ ਜੈਸੇ ਮੇਘਲਾ ਬਰਸਤ ਹੈ, ਜਿਵੇਂ ਬੱਦਲ ਬਰਸਦੇ ਹਨ ਅਸਮਾਨ ਦੇ ਉੱਪਰ, ਤੇ ਉਸ ਦੇ ਵਿੱਚ ਤਾਂ ਕੋਈ ਮਿਹਨਤ ਨਹੀਂ, ਉਸ ਦੇ ਵਿੱਚ ਤਾਂ ਕੋਈ ਉਦਮ ਨਹੀਂ ਕਰਨਾ ਪੈਂਦਾ। ਇਹ ਹੈ ਸਤਿਗੁਰਾਂ ਦੀ ਬਾਣੀ। ਇੱਕ ਪਾਣੀ ਜਿਹੜਾ ਧਰਤੀ ਦੇ ਅੰਦਰੋਂ ਕੱਢਣਾ ਹੈ, ਉਹ ਹੈ ਵੇਦਾਂ ਦਾ, ਵੇਦਾਂ ਦੁਆਰਾ ਪ੍ਰਾਪਤੀ ਕਰਨੀ ਪਰਮੇਸ਼ਰ ਦੀ। ਪਰ ਜਿਹੜੀ ਸਤਿਗੁਰਾਂ ਨੇ ਬਾਣੀ ਬਖਸ਼ਿਸ਼ ਕਰ ਦਿੱਤੀ ਨਾ ਸਾਨੂੰ, ਸ੍ਰੇਸ਼ਟ ਬਾਣੀਆਂ ਸਿਰ ਬਾਣੀ, ਇਹ ਬੱਦਲ ਦੀ ਨਿਆਈ ਬਿਨ ਪੱਗਾ ਵਰਸਤ ਫਿਰਾਹੀ, ਇਸ ਨੂੰ ਤਾਂ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਕੱਢਣ ਵਾਸਤੇ। ਇਹ ਸਤਿਗੁਰੂ ਆਪ ਹੀ ਸਾਡੇ ਤੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੁਸੀਂ ਕੇਵਲ ਇੱਕੋ ਕਾਰਜ ਕਰਨਾ ਹੈ, ਇਹ ਬਾਣੀ ਦਾ ਅੰਮ੍ਰਿਤ ਹਰ ਵਕਤ ਵਰਸ ਰਿਹਾ ਹੈ, ਤੁਸੀਂ ਪੀਣਾ ਕਰੋ। ਇਸ ਨੂੰ ਸੁਣ ਕਰਕੇ ਤੁਹਾਨੂੰ ਕੋਈ ਉਦਮ ਕਰਨ ਦੀ ਲੋੜ ਨਹੀਂ, ਖੂਹ ਪੱਟਣ ਦੀ, ਕਰਮ ਕਾਂਡ ਕਰਨ ਦੀ, ਇਸ਼ਨਾਨ
ਆਦਿਕ ਕਰਨ ਦੀ, ਵਾਹਿਗੁਰੂ ਇਸ਼ਨਾਨ ਤਾਂ ਕਰਨਾ ਹੈ, ਜਿਹੜਾ ਤੀਰਥ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ। ਇਹ ਹੈ ਸਤਿਗੁਰਾਂ ਦੀ ਬਖਸ਼ਿਸ਼ ਕਿ ਸਾਨੂੰ ਘਰ ਦੇ ਅੰਦਰ ਹੀ ਵਿੱਚ ਗ੍ਰਹਿ ਉਦਾਸ ਵਾਲੀ ਪਰੰਪਰਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਸਾਨੂੰ ਅੰਮ੍ਰਿਤ ਧਾਰਾ ਹਰ ਵਕਤ ਵਰਸ ਰਹੀ ਹੈ, ਸਵੇਰ ਸ਼ਾਮ ਸਾਡੇ ਨਗਰ ਦੇ ਅੰਦਰ ਵਰਸਦੀ ਹੈ, ਕੇਵਲ ਆਪਾਂ ਪੀਣਾ ਹੀ ਹੈ ਇਸ ਨੂੰ। ਇਸ ਕਾਰਨ ਕਰਕੇ ਇਹ ਸ੍ਰੇਸ਼ਟ ਹੈ। ਬਾਣੀਆਂ ਸਿਰ ਬਾਣੀ, ਜਿਹੜੀ ਸਤਿਗੁਰਾਂ ਦੀ ਬਾਣੀ, ਇਹ ਸ੍ਰੇਸ਼ਟ, ਇਸ ਨੂੰ ਗਾਉਣਾ ਕਰੋ ਤੁਸੀਂ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਦੇ ਉੱਪਰ ਨਦਰੇ ਕਰਮ, ਨਦਰ ਕਰਮ, ਕਰਮ ਮਿਹਰ ਦੀ ਨਦਰ ਹੋ ਜਾਵੇ, ਜਿਨ੍ਹਾਂ ਦੇ ਉੱਪਰ ਸਤਿਗੁਰਾਂ ਪਾਸੋਂ, ਤੈ ਤਿਨਾ ਸਮਾਈ। ਉਹਨਾਂ ਦੇ ਹਿਰਦੇ ਵਿੱਚ ਇਹ ਪਵਿੱਤਰ ਬਾਣੀ ਵਸਦੀ ਹੈ, ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਦੇ ਉੱਪਰ ਸਤਿਗੁਰੂ, ਕਿਉਂਕਿ ਗੁਰਬਾਣੀ ਤਾਂ ਸਾਰੇ ਸੁਣਦੇ ਹੀ ਹਾਂ, ਪਰ ਹਿਰਦੇ ਅੰਦਰ ਕਿਹਨਾਂ ਦੇ ਵਸਦੀ ਹੈ? ਜਿਹੜੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ, ਜਿਨ੍ਹਾਂ ਦੇ ਉੱਪਰ ਨਦਰੇ ਕਰਮ ਹੋ ਜਾਂਦੀ ਹੈ ਸਤਿਗੁਰਾਂ ਦੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਹੁਣ ਇਹ ਜਿਹੜਾ ਅੰਮ੍ਰਿਤ ਵਰਸ ਰਿਹਾ ਹੈ ਨਾ, ਖਿਨ ਖਿਨ ਸਵੇਰ ਸ਼ਾਮ, ਪੀਵੋ ਅੰਮ੍ਰਿਤ, ਤੁਸੀਂ ਇਸ ਅੰਮ੍ਰਿਤ ਨੂੰ ਪੀਣਾ ਕਰੋ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਕਿਵੇਂ ਕਿਵੇਂ, ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਕਥਾ ਸੁਣ ਕਰਕੇ, ਗੁਰਬਾਣੀ ਨੂੰ ਸੁਣ ਕਰਕੇ, ਇਹ ਹੈ ਪੀਣਾ, ਗੁਰਬਾਣੀ ਨੂੰ ਪੀਣਾ। ਕੀ ਕਰੋ? ਪੀਵੋ ਅੰਮ੍ਰਿਤ, ਇਸ ਅੰਮ੍ਰਿਤ ਗੁਰਬਾਣੀ ਨੂੰ ਸਰਵਣ ਕਰਨਾ ਕਰੋ, ਪੀਣਾ ਕਰੋ। ਸਦਾ ਰਹੋ ਹਰ ਰੰਗ, ਅਤੇ ਹਰ ਵੇਲੇ ਸਦਾ ਰਹੋ ਉਸ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੱਤੇ ਰਹੋ, ਉਸ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਹਮੇਸ਼ਾ ਹੀ ਰੱਤੇ ਰਹੋ। ਹੇ ਸਤਸੰਗੀ ਸੱਜਣੋ, ਜਪੋ ਸਾਰੰਗ ਬਾਣੀ। ਅਤੇ ਸਾਰੰਗ ਬਾਣੀ ਜੋ ਪਰਮੇਸ਼ਰ ਹੈ, ਉਸ ਦਾ ਹਰ ਵਕਤ ਤੁਸੀਂ ਜਪ ਕਰੋ, ਉਸ ਦਾ ਸਿਮਰਨ ਕਰਨਾ ਕਰੋ। ਕਹਿ ਨਾਨਕ ਸਦਾ ਗਾਵੋ। ਸਤਿਗੁਰੂ ਨਾਨਕ ਸਾਹਿਬ ਫਰਮਾ ਰਹੇ ਹਨ, ਸ੍ਰੀ ਗੁਰੂ ਅਮਰਦਾਸ ਮਹਾਰਾਜ, ਸਦਾ ਗਾਵੋ, ਹਰ ਵਕਤ, ਸਦਾ ਹੀ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਵਕਤ ਹੀ ਉਸ ਨੂੰ ਗਾਉਣਾ ਕਰੋ, ਉਸ ਦਾ ਸਿਮਰਨ ਕਰਨਾ ਕਰੋ, ਉਸ ਦੇ ਰੰਗ ਵਿੱਚ ਰੰਗੇ ਰਹੋ। ਇਹ ਸੱਚੀ ਬਾਣੀ, ਜਿਹੜੀ ਸਤਿਗੁਰਾਂ ਦੀ ਸੱਚੀ ਗੁਰਬਾਣੀ ਹੈ ਨਾ, ਇੱਕ ਓੰਕਾਰ ਤੋਂ ਲੈ ਕਰਕੇ ਤੇ 18 10 20 ਤੱਕ ਜਿਹੜੀ ਸਮੁੱਚੀ ਸਤਿਗੁਰਾਂ ਦੀ ਗੁਰਬਾਣੀ ਹੈ, ਇਸ ਨੂੰ ਤੁਸੀਂ ਹਰ ਵਕਤ ਗਾਉਣਾ ਕਰੋ, ਹਰ ਵਕਤ ਇਸ ਦਾ ਸਿਮਰਨ, ਵਾਹਿਗੁਰੂ ਮੰਤਰ ਦਾ ਹਰ ਵਕਤ ਸਿਮਰਨ ਕਰਨਾ ਕਰੋ। ਸਤਿਗੁਰੂ ਬਿਨਾ ਬੋਧ ਕਤੀ ਐ ਬਾਣੀ। ਫਿਰ ਹੁਣ ਫਰਮਾਉਂਦੇ ਹਨ ਸਤਿਗੁਰੂ ਕਿ ਸਤਿਗੁਰ ਬਿਨਾ, ਸਤਿਗੁਰੂ ਬਿਨਾ, ਸਤਿਗੁਰਾਂ ਦੀ ਗੁਰਬਾਣੀ ਤੋਂ ਬਿਨਾ, ਜਿਹੜੀ ਬਾਣੀਆਂ ਸਿਰ ਬਾਣੀ ਹੈ, ਉਸ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਹੋਰ ਜਿਹੜੇ ਕਵੀ ਲੋਕ ਕੱਚੀ ਬਾਣੀ ਉਚਾਰਦੇ ਹਨ, ਅਥਵਾ ਜਿਹੜੇ ਆਪਾਂ ਗੀਤ ਆਦਿਕ ਸੁਣਦੇ ਹਾਂ, ਇਹ ਸਾਰੇ ਹੀ ਕੱਚੇ ਹਨ, ਕਚਿਆਈ ਵਾਲੇ ਹਨ। ਉਹ ਕਿਵੇਂ? ਸਤਿਗੁਰੂ ਅੱਗੇ ਦੱਸਦੇ ਹਨ, ਬਾਣੀ ਨਾ ਕੱਚੀ ਸਤਿਗੁਰੂ ਬਾਝ। ਸਤਿਗੁਰੂ ਬਾਝੋਂ ਜਿਹੜੀ ਇਹ ਬਾਣੀ ਹੋਰ ਕਵੀ ਲੋਕ ਅਥਵਾ ਉਚਾਰਦੇ ਹਨ, ਜਿਹੜੇ ਗੀਤ ਆਦਿਕ, ਉਹ ਕਿਉਂ ਕੱਚੀ ਹੈ? ਸਤਿਗੁਰੂ ਬਾਝੋਂ, ਕਿਉਂਕਿ ਇਹ ਸਤਿਗੁਰਾਂ ਤੋਂ ਬਾਝ, ਇਹ ਸਤਿਗੁਰਾਂ ਤੋਂ ਤੋੜਦੀ ਹੈ, ਜਿਹੜੀ ਸਤਿਗੁਰਾਂ ਨਾਲ ਨਹੀਂ ਨਾ ਜੋੜਦੀ। ਗੁਰਬਾਣੀ ਉਹ ਹੈ ਕੱਚੀ, ਜਿਹੜੀ ਸਤਿਗੁਰਾਂ ਦੇ ਨਾਲ ਜੋੜਨਾ ਕਰਦੀ ਹੈ। ਜਿਹੜੀ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ, ਇਹ ਹੈ ਸੱਚੀ, ਹਰ ਵਕਤ ਸੱਚੇ ਪਰਮੇਸ਼ਰ ਦੇ ਨਾਲ ਜੋੜਨ ਵਾਲੀ। ਜਿਹੜੀ ਹੋਰ ਬਾਣੀ, ਉਹ ਕਚਿਆਈ ਵਾਲੀ ਬਾਣੀ ਹੈ। ਹੋਰ ਕੱਚੀ ਬਾਣੀ, ਹੋਰ ਬਾਣੀ ਜਿਹੜੀ ਹੈ ਉਹ ਕੱਚੀ ਹੈ, ਕੇਵਲ ਸੱਚੀ ਬਾਣੀ ਤਾਂ ਸਤਿਗੁਰਾਂ ਦੀ ਹੈ। ਕਹਤੇ ਕੱਚੇ ਸੁਨਤੇ ਕੱਚੇ। ਤੇ ਉਸ ਕੱਚੀ ਬਾਣੀ ਨੂੰ ਕਹਿਣ ਵਾਲੇ, ਉਸ ਨੂੰ, ਉਸ ਦਾ ਉਚਾਰਨ ਕਰਨ ਵਾਲੇ ਵੀ ਕੱਚੇ, ਕਚਿਆਈ ਵਾਲੇ ਹਨ। ਜੀਵਨ ਕੱਚਾ ਹੈ ਉਹਨਾਂ ਦਾ, ਸੁਣਦੇ ਕੱਚੇ, ਤੇ ਗੀਤ ਆਦਿਕ ਜਿਹੜੇ ਹਨ, ਉਹਨਾਂ ਨੂੰ ਸੁਣਨ ਵਾਲੇ ਵੀ ਫਿਰ ਕੱਚੇ ਹੀ ਹੋ ਜਾਂਦੇ ਹਨ। ਉਹਨਾਂ ਦੇ ਹਿਰਦੇ ਪਕਿਆਈ ਨਹੀਂ ਉਹਨਾਂ ਦੇ ਹਿਰਦਿਆਂ ਵਿੱਚ ਆਉਂਦੀ, ਉਹ ਕੱਚੇ ਹੀ ਰਹਿੰਦੇ ਹਨ। ਕੱਚੀ ਆਖ ਵਖਾਣੀ। ਅਤੇ ਉਸ ਕੱਚੀ ਬਾਣੀ ਨੂੰ ਫਿਰ ਆਖਣ ਵਾਲੇ ਵੀ ਅਤੇ ਵਿਖਿਆਨ ਕਰਨ ਵਾਲੇ ਵੀ ਕਚਿਆਈ ਵਾਲੇ ਹੀ ਜੀਵ ਹੁੰਦੇ ਹਨ। ਹਰ ਹਰ ਨਿਤ ਕਰੈ ਰਚਨਾ। ਇਹ ਸਤਿਗੁਰਾਂ ਦੀ ਬਾਣੀ ਸੱਚੀ ਹੈ, ਕਿਉਂਕਿ ਹਰ ਹਰ ਨਿਤ ਕਰਹਿ ਰਸਨਾ। ਵਾਹਿਗੁਰੂ, ਜਿਹੜੇ ਇਹ ਹਨ ਨਾ ਜੀਵ ਕੱਚੀ ਬਾਣੀ ਵਾਲੇ, ਇਹ ਪਰਮੇਸ਼ਰ ਨੂੰ ਕਿਉਂ ਕੱਚੀ ਹੈ ਇਹਨਾਂ ਦੀ ਬਾਣੀ? ਕਿਉਂਕਿ ਇਹ ਮੁਖ ਤੋਂ ਤਾਂ ਪਰਮੇਸ਼ਰ ਦਾ ਨਾਮ ਉਚਾਰਦੇ ਹਨ, ਹਰ ਹਰ ਨਿਤ ਕਰਹਿ ਰਸਨਾ। ਆਪਣੇ ਰਸਨਾ ਤੋਂ ਤਾਂ ਇਹ ਪਰਮੇਸ਼ਰ ਦੀ ਵਡਿਆਈ ਕਰਦੇ ਹਨ, ਕਹਿਆ ਕਛੂ ਨ ਜਾਣੀ। ਪਰ ਉਸ ਦਾ ਸਤਿਗੁਰਾਂ ਦਾ ਕਹਿਆ ਹੋਇਆ ਕਛੂ ਨਾ ਜਾਣੀ, ਕੁਛ ਜਾਣਦੇ ਹੀ ਨਹੀਂ ਸਤਿਗੁਰਾਂ ਦਾ ਕਿਹਾ ਹੋਇਆ। ਸਤਿਗੁਰਾਂ ਨੇ ਕਿਹਾ ਹੋਇਆ ਹੈ ਨਾ, ਗੁਰਸਿੱਖੀ ਰਹਿਤ ਦੇ ਵਿੱਚ ਪਰਪੱਖ ਰਹਿਣਾ ਹੈ, ਕੇਸਾਂ ਦਾ ਕਤਲ ਨਹੀਂ ਕਰਾਉਣਾ, ਬੇਅਦਬੀ ਨਹੀਂ ਕਰਨੀ। ਇਸ ਪ੍ਰਕਾਰ ਸ਼ਰਾਬ ਕਬਾਬ ਤੋਂ ਦੂਰ ਹੋ ਕਰਕੇ, ਕਾਮ ਕ੍ਰੋਧ ਆਦਿਕ ਨੂੰ ਛੱਡ ਕਰਕੇ, ਤੇ ਸਤਿਗੁਰਾਂ ਦੇ ਨਾਲ ਸਤਿਗੁਰਾਂ ਦਾ ਸਿਮਰਨ ਕਰਨਾ ਹੈ ਹਰ ਵੇਲੇ। ਇਹ ਕੁਰੈਤਾਂ ਨੂੰ ਛੱਡਣਾ ਹੈ। ਪਰ ਜਿਹੜੀਆਂ ਇਹ ਕੱਚੀਆਂ ਬਾਣੀਆਂ, ਗੀਤ ਆਦਿਕ ਹਨ ਨਾ, ਇਹ ਸਾਰੇ ਹੀ
ਇਹ ਸਤਿਗੁਰਾਂ ਤੋਂ ਵਿਛੜੇ ਹੀ ਹੋਏ ਹਨ, ਵਿਛੋੜਨ ਵਾਲੇ ਹਨ। ਇੱਕ ਹੈ ਸਤਿਗੁਰਾਂ ਦਾ ਕਿਹਾ ਹੋਇਆ ਕੁਛ ਜਾਣਦੇ ਹੀ ਨਹੀਂ। ਇਹ ਸਾਰੇ ਸ਼ਰਾਬਾਂ ਕਬਾਬਾਂ ਨਾਲ ਹੀ ਜੋੜਨ ਵਾਲੇ ਹਨ। ਇਹ ਗੀਤ ਜਿਹੜੇ ਇਹ ਸਾਰੇ ਕੱਚੇ ਹੀ ਹਨ। ਗੁਰਬਾਣੀ ਇਹ ਤਾਂ ਕੱਚੇ ਹਨ। ਗੁਰਬਾਣੀ ਕਿਉਂ ਪੱਕੀ ਹੈ? ਉਹ ਪਰਮੇਸ਼ਰ ਦੇ ਨਾਲ ਪੱਕਿਆਂ ਕਰਦੀ ਹੈ, ਜੋੜਦੀ ਹੈ। ਜਿਤ ਜਿਨ ਕਾ ਹਿਰ ਲਿਆ ਮਾਇਆ, ਜਿਤ ਜਿਨ ਕਾ ਹਿਰ ਲਿਆ ਮਾਇਆ। ਜਿਨ੍ਹਾਂ ਦਾ ਚਿੱਤ, ਇਸ ਕੱਚੇ ਲਿਖਾਰੀਆਂ ਦਾ ਜਿਹੜਾ ਚਿੱਤ, ਜਿਨ੍ਹਾਂ ਦਾ ਮਾਇਆ ਨੇ ਹਿਰ ਲਿਆ, ਹਰਨ ਕਰ ਲਿਆ, ਮਾਇਆ ਦਾ ਪ੍ਰਭਾਵ ਜਿਨ੍ਹਾਂ ਤੇ ਹੈ। ਬੋਲਨ ਪਏ ਰਵਾਣੀ ਬੋਲਣ ਪਏ ਉਹ ਵਿਕਾਰ ਹੀ, ਰਵਾਣੀ ਫਜ਼ੂਲ ਹੀ। ਇਹ ਜਿਹੜੀ ਬਾਣੀ ਕੱਚੀ ਉਚਾਰਦੇ ਹਨ ਜਿਹੜੇ ਕਵੀ ਲੋਕ, ਜਿਹੜੇ ਗੀਤ, ਇਹ ਕਿਉਂ ਕੱਚੇ? ਕਿਉਂਕਿ ਇਹਨਾਂ ਦੇ ਮਾਇਆ ਦਾ ਪ੍ਰਭਾਵ, ਇਹ ਮਾਇਆ ਵਾਸਤੇ ਉਚਾਰਦੇ ਹਨ, ਤਾਂ ਕਰਕੇ ਕੱਚੀ ਹੈ। ਪਰ ਜਿਹੜੀ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ ਨਾ, ਇਹ ਹੈ ਪੱਕੀ ਬਾਣੀ। ਕਿਉਂ? ਕਿਉਂਕਿ ਇਹ ਮਾਇਆ ਵਾਸਤੇ ਨਹੀਂ, ਇਹ ਹੈ ਜੀ ਦਾਨ ਵਾਸਤੇ, ਪਰ ਉਪਕਾਰ ਵਾਸਤੇ। ਇਸ ਕਰਕੇ ਹੈ ਬਾਣੀ ਸੱਚੀ। ਜਿਹੜੀ ਕੱਚੀ ਬਾਣੀ ਜਿਹੜੇ ਉਚਾਰਦੇ ਹਨ ਉਹ ਵੀ ਕੱਚੇ, ਜਿਹੜੇ ਗਾਉਂਦੇ ਹਨ ਉਹ ਵੀ ਕੱਚੇ, ਤੇ ਜਿਹੜੇ ਸੁਣਦੇ ਹਨ ਉਹਨਾਂ ਦੇ ਵੀ ਹਿਰਦੇ ਫਿਰ ਸਤਿਗੁਰਾਂ ਪਾਸੋਂ ਕੱਚੇ ਹੀ ਰਹਿ ਜਾਂਦੇ ਹਨ। ਸਤਿਗੁਰਾਂ ਨਾਲ ਪਕਿਆਈ ਹਾਸਲ ਨਹੀਂ ਹੋ ਜਾਂਦੀ, ਕਿਉਂਕਿ ਇਹਨਾਂ ਗਾਉਣ ਵਾਲਿਆਂ ਤੇ ਇਹਨਾਂ ਨੂੰ ਸੁਣਨ ਵਾਲਿਆਂ ਦੇ ਉੱਪਰ ਮਾਇਆ ਦਾ ਹੀ ਪ੍ਰਭਾਵ ਹਰ ਵਕਤ ਪਿਆ ਰਹਿੰਦਾ ਹੈ। ਕਹਿ ਨਾਨਕ ਸਤਿਗੁਰੂ ਬਾਝੁ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਸਤਿਗੁਰੂ ਬਾਝੋਂ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਤੋਂ ਬਿਨਾਂ ਹੋਰ ਬਾਣੀਆਂ ਕੱਚੀ ਬਾਣੀ ਕੱਚੀ ਹੈ। ਬਾਣੀ ਸਾਰੀਆਂ ਹੀ ਸਤਿਗੁਰਾਂ ਦਾ ਹਰ ਜਸ ਗਾਇਨ ਕਰਨ ਤੋਂ ਬਿਨਾਂ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਕਿ ਜਿਹੜੇ ਆਪਾਂ ਹੋਰ ਗੀਤ ਆਦਿਕ ਸੁਣਦੇ ਹਨ ਨਾ, ਇਹਨਾਂ ਨੂੰ ਛੱਡ ਕਰਕੇ ਤੇ ਸਤਿਗੁਰਾਂ ਦੀ ਸੱਚੀ ਬਾਣੀ ਦਾ ਹੀ ਹਰ ਵਕਤ ਕੀਰਤਨ ਕਰਨਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਹਰ ਵਕਤ ਹੀ ਉਸ ਗੁਰਬਾਣੀ ਨੂੰ। ਗੁਰ ਕਾ ਸ਼ਬਦ ਰਤਨ ਹੈ। ਸਤਿਗੁਰੂ ਸਾਹਿਬ ਫਰਮਾ ਰਹੇ ਹਨ ਹੁਣ 25ਵੀਂ ਪੌੜੀ ਦੇ ਅੰਦਰ, ਗੁਰ ਕਾ ਸ਼ਬਦ ਜਿਹੜਾ ਸਤਿਗੁਰਾਂ ਦਾ ਉਪਦੇਸ਼ ਹੈ, ਇਹ ਗਹਿਣਾ ਬਣ ਕੇ ਸੋਭ ਰਿਹਾ ਹੈ, ਰਤਨ ਹੈ। ਅਤੇ ਜਿਹੜਾ ਰਤਨ ਵੈਰਾਗ ਰੂਪ ਰਤਨ ਹੈ, ਇਹ ਇਸ ਦੇ ਅੰਦਰ ਸ਼ੋਭਾ ਪਾ ਰਿਹਾ ਹੈ, ਸਤਿਗੁਰਾਂ ਦੇ ਉਪਦੇਸ਼ ਰੂਪੀ ਗਹਿਣੇ ਅੰਦਰ। ਹੀਰੇ ਜਿਤ ਜੜਾਓ। ਅਤੇ ਹੀਰੇ ਜਿਹੜਾ ਪਰਮੇਸ਼ਰ ਦਾ ਹੀਰਾ ਨਾਮ ਹੈ, ਉਹ ਇਸ ਗਹਿਣੇ ਦੇ ਅੰਦਰ ਜੜਿਆ ਹੋਇਆ ਹੈ। ਜਿਹੜਾ ਸਤਿਗੁਰਾਂ ਦਾ ਉਪਦੇਸ਼ ਰੂਪ ਸ਼ਬਦ ਹੈ, ਇਹ ਗਹਿਣਾ ਬਣ ਰਿਹਾ ਹੈ। ਰਤਨ ਜਿਹੜਾ ਵੈਰਾਗ ਰੂਪ ਰਤਨ ਹੈ, ਉਹ ਉਸ ਦੇ ਅੰਦਰ ਸ਼ੋਭ ਰਿਹਾ ਹੈ। ਤੇ ਹੀਰੇ ਜਿਤ ਜੜਾਓ, ਅਤੇ ਜਿਹੜੇ ਸ਼ੁਭ ਗੁਣ ਰੂਪ ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਗੁਣ ਹਨ, ਅਥਵਾ ਜੋ ਨਾਮ ਹੈ ਪਰਮੇਸ਼ਰ ਦਾ, ਉਹ ਇਸ ਗਹਿਣੇ ਦੇ ਅੰਦਰ ਸ਼ੋਭ ਰਿਹਾ ਹੈ। ਸ਼ਬਦ ਰਤਨ ਜਿਤ ਮਨ ਲਾਗਾ। ਇਹ ਫਿਰ ਸ਼ਬਦ ਦਾ ਗਹਿਣਾ ਅਤੇ ਰਤਨ ਜਿਹੜਾ ਵੈਰਾਗ ਹੈ, ਜਿਤ ਮਨ ਲਗਾ, ਜਿਹੜੇ ਮਨ ਨੂੰ ਇਹ ਲੱਗ ਗਿਆ, ਭਾਵ ਜਿਹੜੇ ਮਨ ਦੇ, ਜਿਸ ਨੇ ਇਹ ਜਿਹੜਾ ਗਹਿਣਾ ਹੈ ਇਸ ਨੂੰ ਆਪਣੇ ਮਨ ਦੇ ਅੰਦਰ ਉਸਨੇ ਧਾਰਨ ਕਰ ਲਿਆ, ਜਿਨ੍ਹਾਂ ਨੇ ਇਹ ਫਿਰ ਉਸ ਪਰਮੇਸ਼ਰ ਦੇ ਅੰਦਰ ਹੀ ਸਮਾ ਜਾਂਦੇ ਹਨ। ਇਹ ਗਹਿਣੇ ਪਾਉਣ ਵਾਲੇ ਇਸ ਪ੍ਰਕਾਰ ਇਹ ਸ਼ੋਭਾ ਪਾਉਣ ਲੱਗ ਜਾਂਦੇ ਹਨ। ਇਹ ਗਹਿਣਾ ਜਿਹੜੇ ਆਪਣੇ ਮਨ ਦੇ ਅੰਦਰ ਪਹਿਨ ਲੈਂਦੇ ਹਨ, ਉਹ ਫਿਰ ਦਰਗਾਹ ਦੇ ਅੰਦਰ ਸ਼ੋਭਨੀਕ ਹੋ ਜਾਂਦੇ ਹਨ। ਆਓ ਬੈਠ ਆਦਰ ਸੁਭ ਦੇਉ। ਫਿਰ ਧਰਮਰਾਜੇ ਦੇ ਵਜ਼ੀਰ ਵੀ, ਧਰਮਰਾਜਾ ਵੀ ਆਦਰ ਦਿੰਦਾ ਹੈ ਕਿਹਨਾਂ ਨੂੰ? ਸ਼ਬਦ ਰਤਨ ਜਿਤ ਮਨ ਲਾਗਾ, ਜਿਨ੍ਹਾਂ ਨੇ ਇਹ ਸ਼ਬਦ ਰੂਪੀ ਗਹਿਣਾ, ਸਤਿਗੁਰਾਂ ਦਾ ਉਪਦੇਸ਼ ਰੂਪੀ ਗਹਿਣਾ ਤੇ ਰਤਨ ਜਿਹੜਾ ਵੈਰਾਗ ਪ੍ਰੇਮ ਹੈ ਸਤਿਗੁਰਾਂ ਦਾ ਆਪਣੇ ਹਿਰਦੇ ਅੰਦਰ ਸਮਾ ਲਿਆ, ਆਪਣੇ ਹਿਰਦੇ ਅੰਦਰ ਜੜ ਲਿਆ। ਇਹ ਗਹਿਣਾ ਜਿਨ੍ਹਾਂ ਨੇ ਪਹਿਨ ਲਿਆ, ਇਹੋ ਹੋਆ ਸਮਾਓ, ਫਿਰ ਉਹ ਸ਼ੋਭਨੀਕ ਇਸ ਪ੍ਰਕਾਰ ਹੋ ਜਾਂਦੇ ਹਨ। ਸ਼ਬਦ ਸੇਤੀ ਮਨ ਮਿਲਿਆ। ਤੇ ਕਿ ਜਿਹੜਾ ਸ਼ਬਦ ਸਤਿਗੁਰਾਂ ਦਾ ਉਪਦੇਸ਼ ਰੂਪੀ ਜਿਹੜਾ ਗਹਿਣਾ ਹੈ, ਸੇਤੀ ਮਨ ਮਿਲਿਆ, ਤੇ ਜਿਨ੍ਹਾਂ ਨੇ ਫਿਰ ਇਸ ਦੇ ਨਾਲ ਆਪਣਾ ਮਨ ਮੇਲ ਲਿਆ, ਜਿਨ੍ਹਾਂ ਨੇ ਇਹ ਗਹਿਣਾ ਆਪਣੇ ਮਨ ਦੇ ਅੰਦਰ ਪਹਿਨ ਲਿਆ, ਭਾਵ ਜਿਨ੍ਹਾਂ ਨੇ ਸਿਮਰਨ ਕਰਨਾ ਆਰੰਭ ਕਰ ਦਿੱਤਾ, ਅਤੇ ਜਿਨ੍ਹਾਂ ਦੇ ਹਿਰਦੇ ਅੰਦਰ ਇਹ ਵਿਰਾਗ ਰੂਪੀ ਰਤਨ ਆਣ ਪ੍ਰਗਟ ਹੋਇਆ। ਸੱਚੇ ਲਾਇਆ ਭਾਉ। ਇਹ ਸਤਿਗੁਰੂ ਫਰਮਾਉਂਦੇ ਹਨ, ਇਹ ਸੱਚੇ ਪਰਮੇਸ਼ਰ ਨੇ ਹੀ ਲਾਇਆ ਹੈ, ਉਸ ਦੀ ਕਿਰਪਾ ਸਦਕਾ ਹੀ ਉਹਨਾਂ ਨੂੰ ਗਹਿਣਾ ਪ੍ਰਾਪਤ ਹੋਇਆ ਹੈ, ਨਾਮ ਦਾ ਵੈਰਾਗ ਰੂਪੀ ਰਤਨ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਸੱਚਾ ਲਾਇਆ ਭਾਉ, ਉਸ ਪਰਮੇਸ਼ਰ ਨੇ ਹੀ ਅਜਿਹਾ ਪ੍ਰੇਮ ਐਸੇ ਸਤਸੰਗੀ ਜੀਵਾਂ ਨੂੰ ਲਗਾਉਣਾ ਕੀਤਾ ਹੈ। ਆਪੇ ਹੀਰਾ ਰਤਨ ਆਪੇ। ਸਤਿਗੁਰੂ ਸਾਹਿਬ ਫਰਮਾਉਂਦੇ ਹਨ, ਆਪੇ ਹੀਰਾ, ਉਹ ਪਰਮੇਸ਼ਰ ਆਪ ਹੀ ਹੀਰਾ, ਉਹ ਨਾਮ ਜਿਹੜਾ ਹੈ ਉਹ ਪਰਮੇਸ਼ਰ ਆਪ ਹੀ ਹੈ। ਤੇ ਰਤਨ ਜਿਹੜਾ ਵੈਰਾਗ ਪ੍ਰੇਮ ਹੈ, ਸਤਿਗੁਰੂ ਫਰਮਾਉਂਦੇ ਉਹ ਪਰਮੇਸ਼ਰ ਆਪ ਹੀ ਹੈ। ਜਿਸਨੂੰ ਦੇ ਬੁਝਾਏ, ਉਹ ਆਪ ਹੀ ਹੈ ਦੇਣ ਵਾਲਾ, ਜਿਨ੍ਹਾਂ ਨੂੰ ਇਹ ਕਿਰਪਾ ਕਰਕੇ ਬੁਝਾ ਦੇਵੇ, ਇਹ ਸਮਝਾ ਦੇਵੇ ਦੇਣ ਸਤਿਗੁਰੂ ਕਿ ਉਹ ਪਰਮੇਸ਼ਰ ਹੀ ਹੈ, ਉਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਹਨਾਂ ਨੂੰ ਹੀ ਸਮਝ ਆਉਂਦੀ ਹੈ। ਨਾਨਕ ਸ਼ਬਦ ਰਤਨ ਹੈ। ਸਤਿਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਨਾ, ਉਹ ਗਹਿਣਾ ਬਣ ਰਿਹਾ ਹੈ,
ਅਤੇ ਰਤਨ ਜਿਹੜਾ ਵੈਰਾਗ ਉਸ ਦੇ ਅੰਦਰ ਸੋਭ ਰਿਹਾ ਹੈ। ਹੀਰਾ ਜਿਤ ਜੜਾਓ, ਅਤੇ ਹੀਰਾ ਜਿਹੜਾ ਨਾਮ ਅਮੋਲਕ ਹੀਰਾ ਹੈ, ਉਸ ਨੂੰ ਇਹ ਇਸ ਗਹਿਣੇ ਉੱਪਰ ਜੜਿਆ ਹੋਇਆ ਹੈ। ਤੇ ਜਿਹੜਾ ਇਹ ਗਹਿਣੇ ਨੂੰ ਪਹਿਨਣਾ ਕਰੇਗਾ, ਭਾਵ ਸਿਮਰਨ ਕਰਨਾ ਕਰੇਗਾ, ਅਤੇ ਵੈਰਾਗ ਜਿਹੜਾ ਸਤਿਗੁਰਾਂ ਪਾਸੋਂ ਕਿਰਪਾ ਕਰਕੇ ਪ੍ਰਾਪਤ ਕਰ ਲਵੇਗਾ, ਉਹ ਸੋਭਨੀਕ ਹੋ ਜਾਵੇਗਾ। ਇਸ ਪ੍ਰਕਾਰ ਇਹ ਸਤਿਗੁਰਾਂ ਨੇ ਹੁਣ ਤੱਕ ਇਹ 25 ਪੌੜੀਆਂ ਆਪਾਂ ਸੰਪੂਰਨ ਕਰ ਲਈਆਂ ਹਨ। ਕੁੱਲ 40 ਪੌੜੀਆਂ ਦੇ ਵਿੱਚੋਂ ਸ੍ਰੀ ਆਨੰਦ ਸਾਹਿਬ ਗੁਰਬਾਣੀ ਦੀਆਂ। ਇਹਨਾਂ ਦੇ ਅੰਦਰ ਸਤਿਗੁਰ ਫਰਮਾ ਰਹੇ ਹਨ ਅੱਜ ਕਿ ਜਿਹੜੀ ਬਾਣੀ ਹੈ ਕੱਚੀ, ਉਸ ਦਾ ਤਿਆਗ ਕਰਕੇ ਤੇ ਸੱਚੀ ਬਾਣੀ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਜੁੜ ਕਰਕੇ ਤੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ। ਤੇ ਸਤਿਗੁਰ ਫਰਮਾਉਂਦੇ ਹਨ ਕਿ ਆਓ ਸਿੱਖ ਸੰਗਤ ਕਥਾ ਕੀਰਤਨ ਦੇ ਅੰਦਰ ਜੁੜ ਕਰਕੇ ਆਪਣਾ ਜਨਮ ਸਫਲਾ ਬਣਾ ਲਈਏ ਤੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਆਪਾਂ ਜੀਵਨ ਬਤੀਤ ਕਰੀਏ ਆਪਣਾ। ਤੇ ਜੇਕਰ ਸਤਿਗੁਰਾਂ ਦੇ ਸਨਮੁਖ ਹੋਣਾ ਹੈ, ਜੇਕਰ ਕੋਈ ਜੀਵ ਗਲਤੀ ਦੇ ਨਾਲ ਵੇਮੁਖ ਹੋ ਗਿਆ ਹੈ ਨਾ, ਬੇਪੱਤੀ ਕੀਤੀ ਹੈ ਉਸਨੇ ਆਪਣੇ ਕੇਸਾਂ ਦੀ, ਆਪਣੀ ਰਹਿਤ ਮਰਿਆਦਾ ਦੀ, ਤਾਂ ਉਹ ਸਨਮੁਖ ਹੋਵੇ ਤਾਂ ਸਤਿਗੁਰਾਂ ਦੇ ਚਰਨ ਫੜ ਦਵੇ ਆਣ ਕਰਕੇ, ਸਤਿਗੁਰਾਂ ਦੀ ਸਰਣੀ ਪੈ ਜਾਵੇ। ਸਤਿਗੁਰੂ ਬਖਸ਼ਿੰਦ ਹਨ, ਬਖਸ਼ਿਸ਼ ਕਰਕੇ ਫਿਰ ਉਸ ਨੂੰ ਆਪਣੇ ਸਨਮੁਖ ਕਰ ਲੈਂਦੇ ਹਨ। ਇਹ ਬੇਨਤੀਆਂ ਕਰੀਏ ਸਤਿਗੁਰਾਂ ਅੱਗੇ, ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ। ਤੇ ਜਿਹੜੀਆਂ ਦਾਤਾਂ ਹਨ ਉਹ ਸਤਿਗੁਰਾਂ ਪਾਸੋਂ ਹੀ ਪ੍ਰਾਪਤ ਹੋਣੀਆਂ ਹਨ। ਤੇ ਉਸ ਪਰਮੇਸ਼ਰ ਦਾ ਜਿਹੜਾ ਪ੍ਰੇਮ ਰੂਪ ਗਹਿਣਾ, ਜਿਹੜਾ ਉਪਦੇਸ਼ ਰੂਪ ਗਹਿਣਾ ਹੈ, ਆਪਾਂ ਆਪਣਾ ਉਦਮ ਕਰੀਏ। ਉਦਮ ਕਰਕੇ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਫਿਰ ਆਪਾਂ ਗਹਿਣਾ ਪ੍ਰਾਪਤ ਕਰ ਲਈਏ। ਜਿਹੜਾ ਫਿਰ ਉਹ ਗਹਿਣਾ ਆਪਣੇ ਮਨ ਦੇ ਅੰਦਰ ਪਹਿਨਿਆ ਹੋਇਆ ਫਿਰ ਸ਼ੋਭਾ ਪਾਏਗਾ ਤੇ ਆਦਰ ਮਿਲੇਗਾ ਦਰਗਾਹ ਦੇ ਅੰਦਰ ਵੀ ਤੇ ਇਸ ਸੰਸਾਰ ਦੇ ਅੰਦਰ ਵੀ। ਫਿਰ ਬੇਪੱਤੀ ਨਹੀਂ ਹੋਏਗੀ ਜਿਹੜਾ ਗਹਿਣਾ ਪਹਿਨ ਕਰਕੇ। ਉਹ ਗਹਿਣਾ ਆਪਾਂ ਨਾਮ ਦਾ ਤੇ ਸਤਿਗੁਰਾਂ ਦੇ ਪ੍ਰੇਮ ਰੂਪੀ ਗਹਿਣਾ ਆਪਾਂ ਪਹਿਨਣਾ ਕਰੀਏ ਤੇ ਆਪਣਾ ਵੀ ਜੀਵਨ ਸਫਲਾ ਹੋ ਜਾਵੇ। ਤੇ ਸਤਿਗੁਰੂ ਨੇ ਅੱਜ ਦੇ ਪਵਿੱਤਰ ਉਪਦੇਸ਼ ਦੇ ਅੰਦਰ ਬਖਸ਼ਿਸ਼ ਕੀਤੀ। ਅੱਜ ਇੱਥੇ ਹੀ ਸਾਰੀ ਦੀਵਾਨ ਦੀ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ, ਕਥਾ ਵਿਚਾਰਾ ਕਰਦਿਆਂ, ਗੁਰਬਾਣੀ ਉਚਾਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਿੰਦ ਪਿਤਾ ਹੋ ਆਪ, ਬਖਸ਼ਿਸ਼ ਕਰਕੇ ਤੇ ਖਿਮਾ ਦੀ ਦਾਤ ਬਖਸ਼ਣੀ। ਤੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਰੀ ਸਮਾਪਤੀ ਹੈ ਜੀ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ